ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵੇਂ ਗੁਣ ਗੋਬਿੰਦ। ਪੂਰਨ ਬ੍ਰਹਮ ਗਿਆਨ। ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵੇਂ ਗੁਣ ਗੋਬਿੰਦ। ਪੂਰਨ ਬ੍ਰਹਮ ਗਿਆਨ। ਰਹਾਉ। ਸਾਧਕ ਸਿੱਧ ਸਗਲ ਮਨ ਲੋਚਹਿ, ਬਿਰਲੇ ਲਾਗੈ ਧਿਆਨ। ਜਿਸ ਹੈ ਕਿਰਪਾਲ ਹੋਏ ਮੇਰਾ ਸੁਆਮੀ, ਪੂਰਨ ਤਾਕੋ ਕਾਮ। ਜਾਂ ਕੇ ਹਿਰਦੈ ਵਸੈ ਭੈ ਭੰਜਨ, ਤਿਸ ਲਾਗੈ ਤਿਸ ਜਾਣੈ ਸਗਲ ਜਹਾਨ। ਖਿਨ ਪਲ ਬਿਸਰ ਨਹੀਂ ਮੇਰੇ ਸੁਆਮੀ, ਖਿਨ ਪਲ ਬਿਸਰ ਨਹੀਂ ਮੇਰੇ ਕਰਤੇ। ਇਹ ਨਾਨਕ ਮੰਗੈ ਦਾਨ। ਜਾਂ ਕੈ ਹਿਰਦੈ ਵਸੈ ਭੈ ਭੰਜਨ, ਤਿਸ ਜਾਣੈ ਸਗਲ ਜਹਾਨ। ਖਿਨ ਪਲ ਬਿਸਰ ਨਹੀਂ ਮੇਰੇ ਕਰਤੇ, ਇਹ ਨਾਨਕ ਮੰਗੈ ਦਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਸੁੱਖਾਂ ਦੇ ਦਾਤੇ ਸਤਿਗੁਰੂ, ਚਵਰ ਛਤਰ ਤਖਤ ਦੇ ਮਾਲਕ, ਬਾਣੀ ਦੇ ਬੋਹਿਤ ਅਤੇ ਬ੍ਰਹਮ ਗਿਆਨ ਦੇ ਸਾਗਰ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਅੰਮ੍ਰਿਤ ਵੇਲੇ ਗੁਰੂ ਕੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਗੁਰੂ ਬਾਣੀ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਹੈ। ਗੁਰੂ ਕੀ ਪਾਵਨ ਬਾਣੀ ਦੀ ਵਿਚਾਰ ਜੋ ਆਪ ਜੀ ਹਰ ਰੋਜ਼ ਸਰਵਣ ਕਰਦੇ ਹੋ, ਉਸ ਦੇ ਨਾਲ ਸੰਬੰਧਿਤ ਸਤਿਗੁਰੂ ਜੀ ਦੇ ਇਹ ਪਾਵਨ ਅਮੋਲ ਬਚਨ ਸਾਰੰਗ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਮਨੁੱਖ ਦੇ ਮਨ ਵਿੱਚ ਰੱਬ ਨੂੰ ਮਿਲਣ ਦੇ ਲਈ ਹਮੇਸ਼ਾ ਜਿਗਿਆਸਾ ਬਣੀ ਹੋਈ ਹੈ। ਆਦਿ ਕਾਲ ਤੋਂ ਜਦ ਤੋਂ ਮਨੁੱਖ ਨੂੰ ਕੋਈ ਇਹ ਪਤਾ ਲੱਗਾ ਕਿ ਇਸ ਜਗਤ ਨੂੰ ਚਲਾਉਣ ਵਾਲੀ ਕੋਈ ਤਾਕਤ ਹੈ, ਕੋਈ ਸ਼ਕਤੀ ਹੈ, ਮਨੁੱਖ ਨੇ ਉਹਨੂੰ ਪ੍ਰਾਪਤ ਕਰਨ ਦੇ ਲਈ ਉਦੋਂ ਤੋਂ ਯਤਨ ਕਰ ਦਿੱਤਾ। ਇਹ ਤੇ ਮਨੁੱਖ ਨੂੰ ਸੋਝੀ ਹੋ ਗਈ ਕਿ ਜਗਤ ਨੂੰ ਕੋਈ ਚਲਾ ਰਿਹਾ ਹੈ, ਕੋਈ ਹਸਤੀ, ਕੋਈ ਸ਼ਕਤੀ ਹੈ, ਪਰ ਉਹਦੇ ਨਾਲ ਜੁੜਨਾ ਕਿਵੇਂ ਹੈ, ਇਹ ਗਿਆਨ ਮਨੁੱਖ ਨੂੰ ਨਾ ਮਿਲਿਆ। ਉਸ ਰੱਬ ਨੂੰ ਮਿਲਣ ਦੀ ਖਾਤਰ ਮਨੁੱਖ ਨੇ ਕੰਮ ਧੰਦੇ ਛੱਡ ਦਿੱਤੇ ਕਿ ਵਿਹਲੇ ਰਿਆਂ ਰੱਬ ਮਿਲੇਗਾ, ਜੰਗਲਾਂ 'ਚ ਬੈਠਿਆਂ ਰੱਬ ਮਿਲੇਗਾ, ਜਾਂ ਤੀਰਥਾਂ 'ਤੇ ਨਹਾਤਿਆਂ ਰੱਬ ਮਿਲੇਗਾ। ਕਈਆਂ ਨੇ ਤੇ ਸਰੀਰ ਨੂੰ ਕਸ਼ਟ ਦੇਣੇ ਸ਼ੁਰੂ ਕਰ ਦਿੱਤੇ। ਵੱਡੀਆਂ ਵੱਡੀਆਂ ਸਮਾਧੀਆਂ ਲਾ ਕੇ ਤਪ ਕੇ ਮਨੁੱਖ ਨੇ ਰੱਬ ਨੂੰ ਮਿਲਣ ਦੇ ਯਤਨ ਕੀਤੇ, ਪਰ ਕਾਮਯਾਬ ਨਾ ਹੋਇਆ। ਗੁਰਮਤਿ ਨੇ ਬੜੀ ਬਖਸ਼ਿਸ਼ ਕੀਤੀ ਹੈ ਕਿ ਸਾਨੂੰ ਗੁਰਬਾਣੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਗੁਰਬਾਣੀ ਮਨੁੱਖ ਨੂੰ ਚਾਨਣ ਪ੍ਰਦਾਨ ਕਰਦੀ ਹੈ। ਕਰਮਕਾਂਡ ਹਨੇਰੇ 'ਚੋਂ ਪੈਦਾ ਹੁੰਦੇ ਨੇ, ਅਗਿਆਨਤਾ 'ਚੋਂ ਪੈਦਾ ਹੁੰਦੇ ਨੇ। ਗੁਰਬਾਣੀ ਮਨੁੱਖ ਨੂੰ ਕਰਮ ਕਾਂਡਾਂ ਤੋਂ ਮੁਕਤ ਕਰਦੀ ਹੈ। ਕਿਸੇ ਤਰ੍ਹਾਂ ਦੇ ਅੰਧ ਵਿਸ਼ਵਾਸ ਵਿੱਚ, ਕਰਮ ਕਾਂਡ ਵਿੱਚ, ਵਹਿਮ ਭਰਮ ਵਿੱਚ ਗੁਰਬਾਣੀ ਬਿਲਕੁਲ ਨਹੀਂ ਪਾਉਂਦੀ। ਗੁਰਬਾਣੀ ਦਾ ਬੜਾ ਹੀ ਸਰਲ ਤੇ ਸਿੱਧਾ ਮਾਰਗ ਹੈ ਕਿ ਨਿਰੋਲ ਪ੍ਰਮਾਤਮਾ ਦੇ ਪਿਆਰ ਵਿੱਚ ਜੁੜੋ।
श्री गुरु ग्रंथ साहब जी ने वार वार गुरबाणी की वडियाई दसी है। ये बाणी जो जियो जाने तिस अंतर रवे हर नामा। ਜਿਹੜਾ ਬਾਣੀ ਨੂੰ ਜੀ ਕਰਕੇ ਜਾਣ ਲਵੇ ਉਹਦੇ ਅੰਦਰ ਤੇ ਨਾਮ ਆਪੇ ਹੀ ਵਸ ਜਾਏਗਾ। ਅਸੀਂ ਕਹਿੰਦੇ ਜੀ ਨਾਮ ਨਾਲ ਕਿਵੇਂ ਜੁੜੀਏ। ਨਾਮ ਜਪਾਉਣ ਲਈ ਬੜੀਆਂ ਸੰਸਥਾਵਾਂ ਬਣ ਗਈਆਂ ਸਿੱਖੀ ਦੇ ਵਿੱਚ ਵੀ। ਗੁਰੂ ਸਾਹਿਬਾਂ ਦੇ ਵੇਲੇ ਨਹੀਂ ਸੀ ਕੋਈ, ਹੁਣ ਬੜੀਆਂ ਬਣ ਗਈਆਂ। ਨਾਮ ਜਪਾਉਣ ਦੇ ਨਾਂ ਤੇ ਤਾਂ ਕਈ ਕਹਿੰਦੇ ਬਾਣੀ ਵੀ ਨਾ ਪੜੋ, ਬਸ ਵਾਹਿਗੁਰੂ ਵਾਹਿਗੁਰੂ ਜਪੋ। ਉਹ ਗੁਰਮਤਿ ਦੇ ਮਾਰਗ ਤੋਂ ਦੂਰ ਲੈ ਜਾਂਦੇ ਨੇ ਲੋਕਾਂ ਨੂੰ। ਗੁਰਬਾਣੀ ਦਾ ਬੜਾ ਸਪਸ਼ਟ ਬਚਨ ਹੈ ਕਿ ਗੁਰਬਾਣੀ ਹੀ ਇੱਕ ਤਰੀਕਾ ਹੈ ਜੋ ਅਸੀਂ ਪ੍ਰਮਾਤਮਾ ਨਾਲ ਜੁੜ ਸਕਦੇ। ਸ਼ਬਦ ਸਿੱਧਾਂ ਨੇ ਬਾਬਾ ਨਾਨਕ ਜੀ ਤੇ ਸਵਾਲ ਕੀਤਾ। ਆ ਜਿਹੜੀਆਂ ਸਾਡੇ ਆਲੇ ਦੁਆਲੇ ਨਹੀਂ ਜੁਗਤੀਆਂ ਨਾਮ ਜਪਣ ਦੀਆਂ ਦੱਸਦੇ, ਬਹੁਤੀਆਂ ਜੋਗੀਆਂ ਵਾਲੀਆਂ ਨੇ। ਉਹ ਜੋਗੀਆਂ ਨੇ ਵਰਤ ਕੇ ਨਾ ਸਮਾਧੀਆਂ ਲਾ ਕੇ ਧਿਆਨ ਚਾੜ ਕੇ ਐ ਟਿਕਟੀਆਂ ਲਗਾ ਕੇ ਜਿਵੇਂ ਕਿ ਇੱਥੇ ਧਿਆਨ ਤਰੋ ਨਾਮ ਨਾਲ ਜੁੜੇਗਾ। ਆਖਰ ਬਾਬਾ ਜੀ ਨੂੰ ਪੁੱਛਿਆ, ਤੁਸੀਂ ਕਹਿੰਦੇ ਹੋ ਜਗਤ ਵਿੱਚ ਰਹੋ, ਪਰ ਜਗਤ ਵਿੱਚ ਰਹਿਣਾ ਤਿਵੇਂ ਜਿਵੇਂ ਸਮੁੰਦਰ 'ਚ ਰਹਿਣਾ ਹੋਏ। ਸਮੁੰਦਰ ਦੀਆਂ ਲਹਿਰਾਂ ਤੋਂ, ਸਮੁੰਦਰ ਦੀਆਂ ਘੁੰਮਣ ਘੇਰੀਆਂ 'ਚੋਂ ਨਿਕਲਣਾ ਬੜਾ ਔਖਾ ਹੈ। ਜਗਤ ਵਿੱਚ ਰਹਿ ਕੇ ਚਿੰਤਾਵਾਂ ਤੋਂ, ਫਿਕਰਾਂ ਤੋਂ, ਦੁੱਖਾਂ ਤੋਂ ਬਚਣਾ ਬੜਾ ਔਖਾ ਹੈ। ਕਿਵੇਂ ਬਚਿਆ ਜਾ ਸਕਦਾ ਹੈ? ਸਤਿਗੁਰੂ ਜੀ ਨੂੰ ਜਦੋਂ ਉਹਨਾਂ ਸਵਾਲ ਕੀਤਾ ਕਿ ਦੁਨੀਆ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ, ਸਤਿਗੁਰੂ ਜੀ ਨੇ ਇੱਕੋ ਹੀ ਜਵਾਬ ਦਿੱਤਾ ਸੀ ਕਿ ਜੈਸੇ ਜਲ ਮੈਂ ਕਮਲ ਨਿਰਾਲਮ ਮਰਗਾਈ ਨਿਸ਼ਾਨੇ ਸ਼ਬਦ ਸੁਰਤ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜੋ, ਸ਼ਬਦ ਨਹੀਂ ਪ੍ਰਮਾਤਮਾ ਦੇ ਪਿਆਰ ਜੋੜੋ। ਸ਼ਬਦ ਨਾਲ ਜੁੜੋਗੇ, ਸ਼ਬਦ ਕੇਵਲ ਪ੍ਰਮਾਤਮਾ 'ਚ ਜੋੜੇਗਾ। ਕਿਸੇ ਬੰਦੇ ਨਾਲ ਜੋੜੋਗੇ, ਬੰਦਾ ਆਪਣੇ ਨਾਲ ਜੁੜੇਗਾ, ਹੋਰ ਮੂਰਤੀਆਂ ਨਾਲ ਜੋੜੇਗਾ। ਤੁਸੀਂ ਦੇਖਦੇ ਹੀ ਆ ਬੰਦਿਆਂ ਨਾਲ ਜੁੜਨ ਵਾਲੇ ਕੋ ਮੂਰਤੀਆਂ ਨੂੰ ਧੂਫਾਂ ਦਿਖਾਈ ਜਾਂਦਾ, ਸਿੱਖ ਵੀ ਦਿਖਾਈ ਚਲੇ ਜਾਂਦੇ ਨੇ, ਦੂਜੇ ਵੀ ਦਿਖਾਈ ਜਾਂਦੇ। ਦੋਵਾਂ 'ਚ ਕੀ ਫਰਕ ਹੈ? ਸ਼ਬਦ ਨਾਲ ਜੁੜੋਗੇ, ਸ਼ਬਦ ਕੇਵਲ ਪ੍ਰਮਾਤਮਾ ਨਾਲ ਜੋੜੇਗਾ। ਮਨੁੱਖ ਨਾਲ ਜੁੜੋਗੇ, ਮਨੁੱਖ ਕਿਸੇ ਬੰਨੇ ਵੀ ਤੁਹਾਨੂੰ ਲਗਾ ਸਕਦਾ ਹੈ। ਸਤਿਗੁਰੂ ਜੀ ਨੇ ਕਿਹਾ ਸੀ ਇਹ ਸ਼ਬਦ ਦੇ ਰਾਹੀਂ ਸੁਰਤ ਨੂੰ ਪ੍ਰਮਾਤਮਾ ਦੇ ਪਿਆਰ ਵਿੱਚ ਜੋੜੋ। ਗੁਰਬਾਣੀ ਵਿੱਚ ਥਾਂ ਥਾਂ ਤੇ ਸਤਿਗੁਰੂ ਜੀ ਨੇ ਬਾਣੀ ਦੀ ਵਡਿਆਈ ਪ੍ਰਗਟ ਕੀਤੀ ਹੈ। ਇਹ ਬਾਣੀ ਵਾਹ ਵਾਹ ਬਾਣੀ ਨਿਰੰਕਾਰ ਹੈ। ਇਹ ਬਾਣੀ ਨਿਰੰਕਾਰ ਦਾ ਰੂਪ ਹੈ। ਸਤਿਗੁਰੂ ਜੀ ਦਾ ਬਚਨ ਹੈ, ਗੁਰਬਾਣੀ ਵਰਤੀ ਇਸ ਜਗ ਮੈਂ। ਇਸ ਜਗਤ ਵਿੱਚ ਪ੍ਰਮਾਤਮਾ ਨੇ ਬਾਣੀ ਵਰਤਾਈ ਹੈ। ਗੁਰੂ ਅਮਰਦਾਸ ਜੀ ਦੇ ਬਚਨ ਕਿ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ, ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨੇ ਉਹਨਾਂ ਦੇ ਹਿਰਦੇ 'ਚ ਬਾਣੀ ਵਸਦੀ ਨੇ। ਤੇ ਮੇਰੇ ਵਰਗੇ ਮੂੰਹ ਤੋਂ ਗੱਲਾਂ ਬਾਤਾਂ ਕਰਕੇ ਤੁਰੇ ਫਿਰਦੇ ਨੇ ਬਥੇਰੇ। ਜਿਨ ਕੋ ਨਦਰ ਕਰਮ ਹੋਵੇ, ਜਿਨ੍ਹਾਂ ਤੇ ਬਖਸ਼ਿਸ਼ ਹੋਵੇ, ਉਹਨਾਂ ਦੇ ਹਿਰਦੇ 'ਚ ਬਾਣੀ ਵਸਦੀ ਹੈ। ਸਤਿਗੁਰੂ ਜੀ ਨੇ ਕਿਹਾ ਸੀ ਕਿ ਸਾਡਾ ਇਹ ਜਿਹੜਾ ਸਰੀਰ ਹੈ ਇਹ ਤੇ ਸਮੁੰਦਰ ਹੈ। ਮਨੁੱਖ ਅਜੇ ਤੱਕ ਤੇ ਆਪਣੇ ਸਰੀਰ ਦਾ ਹੀ ਪਾਰਾਵਾਰ ਨਹੀਂ ਪਾ ਸਕਿਆ, ਬਾਕੀ ਕਾਇਨਾਤ ਦਾ ਤੇ ਪਾਉਣਾ ਹੀ ਕੀ ਹੈ। ਇਹ ਮਨੁੱਖ ਦੀਆਂ ਬਿਲਕੁਲ ਕਮਲੀਆਂ ਗੱਲਾਂ ਨੇ ਕਿ ਬੜੀ ਤਰੱਕੀ ਕਰ ਲਈ ਅਸੀਂ 21ਵੀਂ ਸਦੀ 'ਚ, ਅਸੀਂ ਬਹੁਤ ਮੱਲਾਂ ਮਾਰ ਲੀਆਂ। ਸਿਰਫ ਇਹ ਬਚਕਾਨੀਆਂ ਗੱਲਾਂ ਨੇ ਮਨੁੱਖ ਦੀਆਂ। ਮਨੁੱਖ ਅਜੇ ਤੱਕ ਆਪਣੀ ਸਰੀਰ ਦਾ ਭੇਤ ਨਹੀਂ ਲੈ ਸਕਿਆ। ਇਹ ਜਿਹੜਾ ਮਨੁੱਖ ਕਹਿੰਦਾ ਸੀ 21ਵੀਂ ਸਦੀ 'ਚ ਆ ਕੇ ਬੜੀ ਤਰੱਕੀ ਕਰ ਲਈ, ਆ 1.5 ਸਾਲ ਹੋ ਗਿਆ ਘਰਾਂ ਤੋਂ ਹੀ ਨਹੀਂ ਨਿਕਲਿਆ ਉਹ ਤਰੱਕੀ ਵਾਲਾ ਬੰਦਾ। ਇੱਕ ਦੂਜੇ ਨੂੰ ਮਿਲਣ ਤੋਂ ਡਰਨ ਲੱਗ ਪਿਆ। ਮੌਤ ਦੇ ਮੌਕੇ ਤੇ ਜਾ ਕੇ ਕਿਸੇ ਨਾਲ ਹਮਦਰਦੀ ਕਰਨ ਤੋਂ ਡਰਨ ਲੱਗ ਪਿਆ। ਇਹ ਤਰੱਕੀ ਹੈ ਮਨੁੱਖ ਦੀ। ਇਹ ਕੋ ਤਰੱਕੀ ਕੀਤੀ ਅੱਜ ਤੱਕ ਮਨੁੱਖ ਨੇ। ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਜ਼ਿੰਦਗੀ ਦੇ ਅੰਦਰ ਪ੍ਰਮਾਤਮਾ ਦੇ ਪਿਆਰ 'ਚ ਜੁੜਨ ਦਾ ਇੱਕੋ ਇੱਕ ਤਰੀਕਾ ਹੈ ਸ਼ਬਦ। ਸਤਿਗੁਰੂ ਜੀ ਨੇ ਰਹਿਮਤ ਕਰਕੇ ਸਾਨੂੰ ਸ਼ਬਦ ਦੀ ਦਾਤ ਬਖਸ਼ਿਸ਼ ਕੀਤੀ ਹੈ। ਗੁਰੂ ਕੇ ਬਚਨ ਆਪਾਂ ਚੇਤੇ ਕਰਿਆ ਕਿ ਜਿਨ੍ਹਾਂ ਦੇ ਭਾਗਾਂ 'ਚ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ, ਉਹਨਾਂ ਦੇ ਹਿਰਦੇ 'ਚ ਬਾਣੀ ਵਸਦੀ, ਉਹ ਬਾਣੀ ਨਾਲ ਜੁੜਦੇ ਨੇ। ਸਤਿਗੁਰੂ ਜੀ ਨੇ ਬਚਨ ਕਿਹਾ ਸੀ ਕਿ ਵਾਹਿਗੁਰੂ ਜੀ ਦੇ ਪਿਆਰ 'ਚ ਜੁੜਨ ਦਾ ਇੱਕੋ ਇੱਕ ਤਰੀਕਾ ਗੁਰੂ ਕਾ ਸ਼ਬਦ, ਗੁਰੂ ਕੀ ਬਾਣੀ। ਇਹ ਬਾਣੀ ਰਤਨ ਵਾਂਗੂ ਹੈ। ਇਹਦੇ ਵਿੱਚ ਹੀਰੇ ਜੜੇ ਨੇ ਪ੍ਰਮਾਤਮਾ ਦੇ ਨਾਮ ਦੇ। ਜਿਨ੍ਹਾਂ ਤੇ ਬਖਸ਼ਿਸ਼ ਹੁੰਦੀ ਉਹਨਾਂ ਦੇ ਹਿਰਦੇ 'ਚ ਵਸਦੇ ਨੇ। ਅੱਜ ਦਾ ਜੋ ਪਵਿੱਤਰ ਮੁਖ ਵਾਕ ਆਪ ਜੀ ਸਰਵਣ ਕਰ ਰਹੇ ਹੋ, ਇਹ ਉਚੇਚੇ ਤੌਰ ਤੇ ਗੁਰਬਾਣੀ ਦੇ ਪ੍ਰਥਾਏ। ਪੋਥੀ ਲਬਜਾਇਆ, ਪੋਥੀ ਪਰਮੇਸ਼ਰ ਕਾ ਥਾਨ। ਪੋਥੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੋ ਗੁਰਬਾਣੀ ਉਚਾਰਨ ਕਰਦੇ ਸਨ ਉਹ ਲਿਖੀ ਜਾਂਦੇ ਸਨ।
ਜਿੱਥੇ ਸਤਿਗੁਰੂ ਜੀ ਨੇ ਆਪਣੀ ਬਾਣੀ ਜਿਹੜੀ ਸੀ ਲਿਖੀ, ਆਸਾ ਹੱਥ ਕਿਤਾਬ ਕਛ, ਉਹ ਕਿਤਾਬ ਗੁਰਬਾਣੀ ਦੀ ਸਤਿਗੁਰੂ ਜੀ ਦੇ ਕੋਲ ਸੀ। ਪੁੱਛਣ ਖੋਲ ਕਿਤਾਬ ਨੂੰ, ਉਹ ਕਿਤਾਬ ਬਾਣੀ ਦੀ ਸੀ ਸਤਿਗੁਰੂ ਜੀ ਕੋਲ। ਉੱਥੇ ਸਤਿਗੁਰੂ ਜੀ ਜਿੱਥੇ ਗਏ, ਕੋਈ ਰੱਬੀ ਗਿਆਨ ਵਾਲੇ ਭਗਤ ਜਨ ਮਿਲੇ, ਉਹਨਾਂ ਦੀ ਰਚਨਾ ਨੂੰ ਸਤਿਗੁਰੂ ਜੀ ਨੇ ਇਕੱਤਰ ਕੀਤਾ, ਸੰਭਾਲਿਆ ਮਨੁੱਖਤਾ ਦੇ ਲਈ। ਇਹ ਗੁਰੂ ਨਾਨਕ ਸਾਹਿਬ ਜੀ ਦਾ ਬਹੁਤ ਵੱਡਾ ਪਰਉਪਕਾਰ ਹੈ। ਇਹ ਗੱਲ ਵੱਖਰੀ ਹੈ ਕਿ ਉਹਨਾਂ ਭਗਤਾਂ ਦੇ ਜਿਹੜੇ ਆਪਣੇ ਆਪ ਨੂੰ ਜਾਨਸ਼ੀਨ ਸਮਝਦੇ, ਉਹਨਾਂ ਨੂੰ ਵੀ ਨਹੀਂ ਪਤਾ, ਉਹਨਾਂ ਦੀ ਵਡਿਆਈ ਦਾ ਉਹਨਾਂ ਨੂੰ ਨਹੀਂ ਪਤਾ। ਸਿਰਫ ਉਹਨਾਂ ਦੇ ਨਾਂ ਤੇ ਰੋਟੀਆਂ ਖਾਣ ਦੀ ਗੱਲ ਜ਼ਰੂਰ ਕਰਦੇ ਨੇ। ਕਈ ਤੇ ਇਹੋ ਜਿਹੇ ਕਮਲੀ ਮਤ ਵਾਲੇ ਉਹਨਾਂ 'ਚ ਪੈਦਾ ਹੋ ਗਏ, ਉਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਵਿਰੋਧੀ ਬੋਲਣ ਲੱਗ ਪਏ ਕਿ ਉਹਨਾਂ ਦੀ ਬਾਣੀ ਜੀ ਚੁਰਾ ਲਈ ਉਹਨਾਂ ਨੇ। ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿੱਡਾ ਵੱਡਾ ਪਰਉਪਕਾਰ ਕੀਤਾ ਸਤਿਗੁਰੂ ਜੀ ਨੇ। ਉਹਨਾਂ ਰੱਬੀ ਪਿਆਰਿਆਂ ਦੀ, ਭਗਤ ਜਨਾਂ ਦੀ ਬਾਣੀ ਮਨੁੱਖਤਾ ਦੇ ਭਲੇ ਲਈ ਸਤਿਗੁਰੂ ਜੀ ਨੇ ਸੰਭਾਲ ਕੇ ਰੱਖੀ ਹੈ, ਹੂਬਹੂ ਸੰਭਾਲ ਕੇ ਰੱਖੀ ਹੈ। ਉਹ ਜੋ ਗੁਰਬਾਣੀ ਦੀਆਂ ਵੱਖਰੀਆਂ ਵੱਖਰੀਆਂ ਪੋਥੀਆਂ ਸਨ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹਨਾਂ ਨੂੰ ਇੱਕ ਵੱਡੀ ਪੋਥੀ ਦਾ ਰੂਪ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਅਸੀਂ ਅੱਜ ਆਪਾਂ ਗ੍ਰੰਥ ਸਾਹਿਬ ਕਹਿੰਦੇ ਹਾਂ, ਪਰ ਇਹਨੂੰ ਪਹਿਲਾਂ ਕਿਹਾ ਜਾਂਦਾ ਸੀ ਪੋਥੀ, ਗੁਰਬਾਣੀ ਦੀ ਪੋਥੀ। ਔਰ ਪੋਥੀ ਤੋਂ ਬਾਅਦ ਇਹਦਾ ਨਾਮ ਗ੍ਰੰਥ ਸਾਹਿਬ ਪਿਆ। ਫਿਰ ਜਦੋਂ ਗੁਰਤਾ ਗੱਦੀ ਮਿਲੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿ ਕੇ ਅਸੀਂ ਸਨਮਾਨਣ ਲੱਗ ਪਏ, ਸਤਿਕਾਰਨ ਲੱਗ ਪਏ। ਗੁਰਬਾਣੀ ਦਾ ਸਤਿਕਾਰ ਤਾਂ ਪਹਿਲਾਂ ਵੀ ਸੀ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬਉਰਨ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਦੀ, ਬਾਣੀ ਦੀ ਵਡਿਆਈ ਸਤਿਗੁਰੂ ਜੀ ਨੇ ਗੁਰਬਾਣੀ 'ਚ ਥਾਂ ਥਾਂ ਤੇ ਕੀਤੀ ਹੈ। ਉਸ ਬਾਣੀ ਦੇ ਪ੍ਰਥਾਏ, ਉਹਦੀ ਵਡਿਆਈ ਵਿੱਚ ਬਚਨ ਸਤਿਗੁਰੂ ਜੀ ਨੇ ਜੋ ਉਚਾਰਨ ਕੀਤੇ, ਅੱਜ ਦਾ ਪਵਿੱਤਰ ਸ਼ਬਦ ਉਸ ਦੇ ਪ੍ਰਥਾਈ ਹੈ। ਸਤਿਗੁਰੂ ਜੀ ਨੇ ਦਰਸਾਇਆ ਹੈ ਕਿ ਵੱਡੇ ਵੱਡੇ ਸਿੱਧ ਜੋਗੀ ਜਿਹੜੇ ਤਰਲੇ ਲੈਂਦੇ ਨੇ ਰੱਬ ਨੂੰ ਮਿਲਣ ਦੇ ਲਈ, ਪਰ ਰੱਬ ਨੂੰ ਮਿਲਣ ਦਾ ਇੱਕੋ ਇੱਕ ਤਰੀਕਾ ਹੈ, ਗੁਰਬਾਣੀ, ਗੁਰੂ ਕਾ ਸ਼ਬਦ। ਗੁਰੂ ਕੇ ਸ਼ਬਦ ਦੇ ਰਾਹੀਂ ਅਸੀਂ ਪ੍ਰਮਾਤਮਾ ਦੇ ਪਿਆਰ ਵਿੱਚ ਜੁੜ ਸਕਦੇ ਹਾਂ। ਜੋ ਬਖਸ਼ਿਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਮੁੱਖ ਵਾਕ ਰਾਹੀਂ ਕਰ ਰਹੇ ਨੇ, ਆਓ ਆਪਾਂ ਮਿਲ ਕੇ ਗੁਰੂ ਕੇ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜਦੇ ਹਾਂ, ਮਨ ਬਿਰਤੀਆਂ ਨੂੰ ਟਿਕਾਉਣ ਦੇ ਲਈ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਪੋਥੀ ਪਰਮੇਸ਼ਰ ਕਾ ਥਾਨ। ਪੋਥੀ ਦਾ ਅਰਥ ਗ੍ਰੰਥ ਸਾਹਿਬ ਜੀ ਤੋਂ ਹੈ। ਸਭ ਤੋਂ ਪਹਿਲਾਂ ਗੁਰਬਾਣੀ ਦੇ ਇਸ ਸੰਗ੍ਰਹਿ ਨੂੰ ਪੋਥੀ ਹੀ ਕਿਹਾ ਜਾਂਦਾ ਸੀ। ਔਰ ਪ੍ਰਾਤਨ ਕਈ ਬੀੜਾਂ 'ਚ ਤਤਕਰੇ 'ਚ ਲਿਖਿਆ ਪੋਥੀ ਕਾ ਤਤਕਰਾ, ਔਰ ਲਿਖਤਾਂ 'ਚ ਵੀ ਪੋਥੀ ਲਫ਼ਜ਼ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਗੁਰਬਾਣੀ ਦੇ ਸੰਗ੍ਰਹਿ ਦੀ ਵਡਿਆਈ ਕਰਦੇ ਹਾਂ ਕਿ ਇਹ ਜੋ ਪੋਥੀ ਹੈ ਜਾਂ ਗ੍ਰੰਥ ਹੈ, ਇਹ ਪਰਮੇਸ਼ਰ ਦਾ ਥਾਂ ਹੈ, ਪਰਮੇਸ਼ਰ ਨੂੰ ਮਿਲਣ ਦੀ ਥਾਂ ਹੈ, ਪਰਮੇਸ਼ਰ ਦੇ ਪਿਆਰ 'ਚ ਜੁੜਨਾ ਤੇ ਉਹ ਗੁਰਬਾਣੀ ਹੈ। ਸਤਿਗੁਰੂ ਜੀ ਨੇ ਇਸੇ ਕਰਕੇ ਕਿਹਾ ਸੀ ਕਿ ਜਿਨਨੇ ਪਰਮਾਤਮਾ ਨਾਲ ਜੁੜਨਾ ਹੈ, ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮੈਲੇ। ਰੋਜ਼ ਅਸੀਂ ਪੜ੍ਹਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨੋ। ਜਿਨੇ ਪਰਮਾਤਮਾ ਨਾਲ ਜੁੜਨਾ ਹੈ, ਉਹ ਗੁਰੂ ਕੇ ਸ਼ਬਦ ਰਾਹੀਂ ਪਰਮਾਤਮਾ ਦੇ ਪਿਆਰ ਵਿੱਚ ਜੁੜੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਜਦੋਂ ਗੱਲਬਾਤ ਸਿੱਖਾਂ ਦੀ ਹੁੰਦੀ ਹੈ, ਜਦੋਂ ਸਤਿਗੁਰੂ ਜੀ ਆਪਣੇ 5 ਭੂਤਕ ਸਰੀਰ ਨੂੰ ਛੱਡਣ ਦੀ ਤਿਆਰੀ ਕਰਦੇ ਨੇ, ਤੇ ਸਿੱਖ ਪੁੱਛਦੇ ਕਿ ਕਿਹਦੇ ਲੜ ਲਗਾ ਚੱਲੇ ਹੋ। ਸਤਿਗੁਰੂ ਜੀ ਨੇ ਕਿਹਾ ਸੀ 3 ਰੂਪ ਹੈ ਮੋਹੇ ਕੇ, ਸੁਨੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਏ ਸਮਝਾਏ। 3 ਰੂਪ ਨੇ। ਇੱਕ ਹੈ ਨਿਰਗੁਣ ਜਿਹੜਾ ਸਰਵ ਵਿਆਪਕ ਹੈ, ਇੱਕ ਹੈ ਸਰਗੁਣ ਜਿਸ ਸਰੂਪ ਵਿੱਚ ਸਤਿਗੁਰੂ ਜੀ ਵਿਚਰਦੇ, 10 ਜਾਮਿਆਂ 'ਚ ਵਿਚਰਦੇ ਰਹੇ। ਇੱਕ ਹੈ ਗੁਰ ਸ਼ਬਦ, ਇਹ ਗੁਰਬਾਣੀ, ਇਹ ਗੁਰੂ ਦਾ ਰੂਪ ਹੈ। ਗੁਰਬਾਣੀ ਕੇਵਲ ਗੁਰੂ ਦਾ ਰੂਪ ਨਹੀਂ, ਕਿਉਂਕਿ ਗੁਰੂ ਪਰਮੇਸ਼ਰ ਦਾ ਰੂਪ ਹੈ। ਇਹ ਗੁਰਬਾਣੀ ਪਰਮੇਸ਼ਰ ਦਾ ਰੂਪ ਹੈ, ਨਿਰੰਕਾਰ ਦਾ ਰੂਪ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਵਾਰ ਸਮਝਾਇਆ ਸੀ ਕਿ ਗੁਰਬਾਣੀ ਤਾਂ ਇਸ ਤਰ੍ਹਾਂ ਹੈ ਜਿਵੇਂ ਹੁਮਾ ਪੰਛੀ ਕੋ ਹੁੰਦਾ ਹੈ ਨਾ, ਕਹਿੰਦੇ ਉਹਦੇ ਖੰਭ ਹੁੰਦੇ ਨੇ, ਉਹਦੇ ਖੰਭਾਂ ਨੂੰ ਜੋ ਚੀਜ਼ ਬੰਨ੍ਹਦੇ ਹੋ ਤੇ ਉਹ ਉਹਦੇ ਮੰਡਲ 'ਚ, ਉਹਦੇ ਮੁਲਕ ਚਲੀ ਜਾਂਦੀ ਹੈ। ਗੁਰਬਾਣੀ ਨਿਰੰਕਾਰ ਦੇ ਖੰਭ ਨੇ। ਜਿਹਦੀ ਸੁਰਤ ਗੁਰਬਾਣੀ ਨਾਲ ਜੁੜ ਜਾਏਗੀ, ਉਹਦੀ ਸੁਰਤ ਨਿਰੰਕਾਰ ਦੇ ਮੁਲਕ ਚਲੀ ਜਾਏਗੀ। ਸੁਰਤ ਨੂੰ ਉੱਚੇ ਕਿਸੇ ਤਸਵੀਰ ਰਾਹੀਂ ਨਹੀਂ ਅਸੀਂ ਉਠਾ ਸਕਦੇ, ਕਿਸੇ ਸਰੀਰ ਨਾਲ ਨਹੀਂ ਉਠਾ ਸਕਦੇ।
ਸੁਰਤ ਦਾ ਕੋਈ ਆਕਾਰ ਨਹੀਂ ਹੈ। ਸੁਰਤ ਤਾਂ ਇੱਕ ਥਾਟ ਨੇ, ਖਿਆਲ ਹੈ ਸਾਡੇ, ਸੋਚ ਹੈ ਸਾਡੀ। ਉਸ ਸੋਚ ਨੂੰ ਅਸੀਂ ਸ਼ਬਦ ਦੇ ਰਾਹੀਂ ਤੇ ਉੱਚੀਆਂ ਕਰ ਸਕਦੇ, ਗਿਆਨ ਰਾਹੀਂ ਤੇ ਉੱਚੀਆਂ ਕਰ ਸਕਦੇ ਹਾਂ। ਲੇਕਿਨ ਜੇ ਤੁਸੀਂ ਕਹੋ ਕਿ ਸੁਰਤ ਕਿਸੇ ਬਾਹਰਲੇ ਆਕਾਰ ਰਾਹੀਂ, ਉਹ ਸੁਰਤ ਫਿਰ ਉੱਥੇ ਹੀ ਜੁੜ ਜਾਏਗੀ। ਉਹ ਸੁਰਤ ਆਕਾਰ ਤੱਕ ਜਾਂ ਤਸਵੀਰ ਤੱਕ ਹੀ ਸੀਮਤ ਹੋ ਜਾਏਗੀ, ਇਹਦੋਂ ਅੱਗੇ ਵਧੇਗੀ ਨਹੀਂ। ਇਸ ਕਰਕੇ ਸ਼ਬਦ ਜਿਹੜਾ ਹੈ ਇਹ ਮਨੁੱਖ ਨੂੰ ਬੰਧਨ ਨਹੀਂ ਪਾਉਂਦਾ, ਇਹ ਮਨੁੱਖ ਦੇ ਬੰਧਨ ਕੱਟਦਾ ਹੈ। ਸਾਹਿਬ ਗੁਰੂ ਸਾਹਿਬ ਜੀ ਕਹਿੰਦੇ ਪੋਥੀ ਪਰਮੇਸ਼ਰ ਕਾ ਥਾਨ। ਇਹ ਦੁਨੀਆ ਦੇ ਲੋਕੋ, ਇਹ ਜੋ ਪੋਥੀ ਹੈ ਜਾਂ ਗ੍ਰੰਥ ਸਾਹਿਬ ਹੈ, ਇਹ ਪਰਮੇਸ਼ਰ ਨੂੰ ਮਿਲਣ ਦਾ ਥਾਂ ਹੈ, ਪਰਮੇਸ਼ਰ ਦੇ ਪਿਆਰ ਵਿੱਚ ਜੁੜਨ ਦਾ ਟਿਕਾਣਾ ਹੈ। ਸਾਧ ਸੰਗ ਗਾਵੇਂ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਜਿਹੜੇ ਪ੍ਰਾਣੀ ਸਾਧ ਸੰਗਤ ਦੇ ਰਾਹੀਂ ਉਸ ਗੋਬਿੰਦ ਦੇ ਗੁਣ ਗਾਉਂਦੇ ਨੇ, ਗੁਰੂ ਕੀ ਹਜ਼ੂਰੀ 'ਚ ਜੁੜੀ ਸੰਗਤ ਨੂੰ ਅਸੀਂ ਸਤ ਸੰਗਤ ਕਹਿੰਦੇ, ਸਾਧ ਸੰਗਤ ਕਹਿੰਦੇ ਹਾਂ। ਗੁਰਬਾਣੀ ਦੇ ਪਿਆਰ ਵਿੱਚ, ਪ੍ਰਭੂ ਦੇ ਪਿਆਰ ਜੁੜੀ ਸੰਗਤ ਨੂੰ ਅਸੀਂ ਸਤ ਸੰਗਤ ਕਹਿੰਦੇ ਹਾਂ। ਸਾਹਿਬ ਕਹਿੰਦੇ ਜਿਹੜੇ ਮਨੁੱਖ ਸਾਧ ਸੰਗ ਰਾਹੀਂ, ਇਵੇਂ ਕਹਿ ਲਓ ਗੁਰਬਾਣੀ ਰਾਹੀਂ ਪਰਮਾਤਮਾ ਦੇ ਗੁਣ ਗਾਉਣਗੇ, ਉਹਨਾਂ ਦੇ ਅੰਦਰ ਪੂਰਨ ਬ੍ਰਹਮ ਗਿਆਨ, ਉਹਨਾਂ ਨੂੰ ਪੂਰਨ ਬ੍ਰਹਮ ਦਾ ਗਿਆਨ ਹੋ ਜਾਏਗਾ। ਮੈਂ ਬੇਨਤੀ ਕਰ ਰਿਹਾ ਸਾਂ ਕਿ ਮਨੁੱਖ ਨੂੰ ਤੇ ਸਰੀਰ ਦਾ ਗਿਆਨ ਹੀ ਨਹੀਂ ਹੈ, ਬਾਕੀ ਬ੍ਰਹਮ ਦਾ ਗਿਆਨ ਜਾਂ ਦੁਨੀਆ ਦਾ ਗਿਆਨ ਤਾਂ ਬੜੀ ਪਰੇ ਦੀ ਗੱਲ ਹੈ। ਸਤਿਗੁਰੂ ਜੀ ਕਹਿੰਦੇ ਸਾਡਾ ਇਹ ਸਰੀਰ ਹੈ ਸਮੁੰਦਰ, ਇਹ ਸਰੀਰ ਸਮੁੰਦਰ ਰਤਨਾਂ ਦੇ ਨਾਲ ਭਰਿਆ ਪਿਆ, ਰਤਨਾਂ ਦੇ ਨਾਲ। ਇਹ ਕੋਈ ਇਕੱਲਾ ਮਿੱਟੀ ਦੀ ਢੇਰੀ ਹੀ ਨਹੀਂ ਹੈ। ਦੇਖੋ ਜਿਨ੍ਹਾਂ ਨੂੰ ਸਰੀਰ ਦੀ ਕੀਮਤ ਦਾ ਪਤਾ ਨਹੀਂ ਹੈ, ਸਰੀਰ ਦੀ ਮਹਾਨਤਾ ਦਾ ਪਤਾ ਨਹੀਂ ਹੈ, ਉਹ ਤੇ ਸਿਰਫ ਸੋਚਦੇ ਆ ਕਿ ਸਰੀਰ ਆਪਾਂ ਖਾਣ ਪੀਣ ਲਈ ਆਏ ਆ, ਦੁਨਿਆਵੀ ਤੌਰ ਤੇ ਖਾ ਪੀ ਕੇ ਸਰੀਰ ਨੂੰ, ਢਿੱਡ ਨੂੰ ਭਰ ਲਓ, ਸੌਂ ਲਓ, ਜਾਗ ਪਓ। ਉਹਨਾਂ ਨੂੰ ਇੱਥੇ ਤੱਕ ਹੀ ਪਤਾ ਹੈ। ਲੇਕਿਨ ਇਹ ਸਰੀਰ ਜਾਂ ਇਹ ਜ਼ਿੰਦਗੀ ਕਿੰਨੀ ਮਹਾਨ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਸਾਡਾ ਇਹ ਸਰੀਰ ਇੱਕ ਸਮੁੰਦਰ ਹੈ, ਇਹ ਰਤਨਾਂ ਦੇ ਨਾਲ ਭਰਿਆ ਪਿਆ। ਇਸ ਸਰੀਰ ਦੇ ਵਿੱਚੋਂ ਦੇਖੋ ਨਾ ਡਾਕਟਰ ਪੈਦਾ ਹੁੰਦਾ, ਸਰੀਰ ਚੋਂ ਹੀ ਇੰਜੀਨੀਅਰ ਪੈਦਾ ਹੁੰਦਾ, ਸਰੀਰ ਚੋਂ ਹੀ ਰਾਜੇ ਪੈਦਾ ਹੁੰਦੇ ਨੇ। ਇਹ ਸਰੀਰ ਦੇ ਵਿੱਚ ਰਹਿੰਦੇ ਹੀ ਵੱਡੇ ਵੱਡੇ ਵਿਗਿਆਨਕ ਪੈਦਾ ਹੁੰਦੇ। ਸਰੀਰ ਹੀ ਹੈ, ਉਹਨਾਂ ਦੇ ਸਰੀਰ ਚੋਂ ਹੀ ਇਹ ਗਿਆਨ ਪੈਦਾ ਹੁੰਦਾ ਹੈ ਨਾ। ਇਸ ਸਰੀਰ ਵਿੱਚ ਤਾਂ ਉਹ ਕੁਝ ਹੈ ਜੋ ਬਾਹਰ ਹੈ, ਜੋ ਬ੍ਰਹਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੇ। ਸਤਿਗੁਰੂ ਜੀ ਕਹਿੰਦੇ ਸਰੀਰ ਹੈ ਸਮੁੰਦਰ, ਇਹ ਸਮੁੰਦਰ ਰਤਨਾਂ ਨਾਲ ਭਰਿਆ ਹੋਵੇ। ਪਰ ਇਹ ਰਤਨ ਸਾਨੂੰ ਮਿਲਣ ਕਿਵੇਂ? ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿਨ ਹਚੜਿਆ ਰਾਮ। ਜਿਹੜੇ ਬਾਣੀ ਨਾਲ ਜੁੜਨਗੇ, ਗੁਰਬਾਣੀ ਰਾਹੀਂ ਪ੍ਰਮਾਤਮਾ ਦੇ ਪਿਆਰ ਜੁੜਨਗੇ, ਉਹਨਾਂ ਦੇ ਅੰਦਰ ਜਿਹੜਾ ਹੈ ਇਹ, ਉਹਨਾਂ ਨੂੰ ਇਹ ਰਤਨ ਹੱਥ ਲੱਗ ਜਾਣਗੇ। ਹੱਥ ਚੜਿਆ ਦਾ ਹੱਥ ਲੱਗ ਜਾਣਗੇ, ਪ੍ਰਾਪਤ ਹੋ ਜਾਣਗੇ। ਰਤਨ ਸਾਰਿਆਂ ਦੇ ਅੰਦਰ ਨੇ। ਦੇਖੋ ਨਾ ਸਮੁੰਦਰ ਦੇ ਕੰਢੇ ਤੇ ਵੀ ਜਿਹੜੇ ਜਾਂਦੇ ਕੋ ਰਤਨ ਥੋੜੋ ਲੈ ਲੈਂਦੇ ਨੇ। ਸਮੁੰਦਰ ਦੇ ਵਿੱਚ ਬਹੁਤ ਕੀਮਤੀ ਪਦਾਰਥ ਨੇ। ਭਾਈ ਗੁਰਦਾਸ ਜੀ ਨੇ ਉਦਾਹਰਨ ਦਿੱਤੀ, ਜੈਸੇ ਤੋਂ ਸਗਲ ਨਿਧ ਪੂਰਨ ਸਮੁੰਦਰ ਵਿਖੇ। ਜਿਵੇਂ ਸਮੁੰਦਰ ਵਿੱਚ ਬੜੇ ਖਜ਼ਾਨੇ ਨੇ, ਨਿਧ ਅਰਥ ਹੁੰਦਾ ਖਜ਼ਾਨੇ, ਬੜੇ ਖਜ਼ਾਨੇ ਨੇ ਸਮੁੰਦਰ ਵਿੱਚ। ਪਰ ਹੰਸ ਮਰਜੀਵਾ ਨਿਸ਼ਚੈ ਪ੍ਰਸਾਦ ਪਾਵੇ। ਪਰ ਜਿਹੜੇ ਮਰਜੀਉੜੇ ਹੁੰਦੇ ਹੰਸ ਹੁੰਦੇ ਨੇ, ਜਾਂ ਜਿਹੜੇ ਟੁੱਬੀ ਮਾਰਨ ਵਾਲੇ ਹੁੰਦੇ ਨੇ ਗੋਤਾਖੋਰ, ਉਹ ਜਿਹੜੇ ਨੇ ਉਹਨਾਂ ਸੁੱਚੇ ਮੋਤੀਆਂ ਨੂੰ ਲੱਭ ਲੈਂਦੇ ਨੇ, ਉਹ ਇਹਨਾਂ ਖਜ਼ਾਨਿਆਂ ਨੂੰ ਲੱਭ ਲੈਂਦੇ ਨੇ। ਹਰ ਕੋਈ ਤਾਂ ਨਹੀਂ ਲੱਭਦਾ, ਕੋਈ ਤੇ ਬਾਰ-ਬਾਰ ਹੀ ਸਮੁੰਦਰ ਦੇ ਕੰਢੇ ਤੇ ਘੁੰਮ ਫਿਰ ਕੇ ਸਮੁੰਦਰ ਦੀਆਂ ਲਹਿਰਾਂ ਨੂੰ, ਛੱਲਾਂ ਨੂੰ ਦੇਖ ਕੇ ਕੰਢੇ ਤੇ ਘੁੰਮ ਕੇ ਆ ਜਾਂਦਾ ਹੈ। ਇਹਦੋਂ ਵੱਧ ਤਾਂ ਨਹੀਂ ਨਾ ਬਹੁਤੀ ਦੁਨੀਆ। ਸਰੀਰ ਵੀ ਇੱਕ ਸਮੁੰਦਰ ਹੈ, ਪਰ ਸਰੀਰ ਦੇ ਵਿੱਚੋਂ ਉਹ ਰਤਨ ਹਰ ਕੋਈ ਪ੍ਰਾਪਤ ਨਹੀਂ ਕਰ ਸਕਿਆ। ਪ੍ਰਾਪਤ ਤੇ ਉਹ ਕਰੇਗਾ ਜਿਹੜਾ ਇਸ ਸਰੀਰ ਦੀ ਖੋਜ ਕਰੇਗਾ। ਤੇ ਸਤਿਗੁਰੂ ਜੀ ਨੇ ਕਿਹਾ ਸੀ, ਬੰਦੇ ਖੋਜ ਦਿਲ ਹਰ ਰੋਜ਼ ਆਪਣੇ ਆਪ ਦੀ ਖੋਜ ਕਰਿਆ ਕਰ, ਸਵੈ ਪੜਚੋਲ ਕਰਿਆ ਕਰ। ਬੰਦਾ ਬਾਹਰ ਬੜੀ ਨੁਕਤਾਚੀਨੀ ਕਰਦਾ ਹੈ, ਦੂਜਿਆਂ ਦੇ ਔਗਣ, ਦੂਜਿਆਂ ਦੀਆਂ ਬੁਰਾਈਆਂ ਉਹਨੂੰ ਨਜ਼ਰ ਆਉਂਦੀਆਂ ਨੇ, ਆਪਣੇ ਵੱਲ ਨਹੀਂ ਉਹ ਧਿਆਨ ਕਰਦਾ। ਗੁਰਬਾਣੀ ਨੇ ਆਪਣੇ ਵੱਲ ਧਿਆਨ ਕਰਨ ਦੀ ਗੱਲ ਕਹੀ ਹੈ। ਸਤਿਗੁਰੂ ਜੀ ਕਹਿੰਦੇ ਜੇ ਤੁਸੀਂ ਗੁਰੂ ਕੀ ਬਾਣੀ ਦੀ ਰੌਸ਼ਨੀ ਵਿੱਚ ਇਸ ਸਮੁੰਦਰ ਦੀ ਖੋਜ ਕਰੋਗੇ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਜਿਹੜੇ ਗੁਰਬਾਣੀ ਰਾਹੀਂ ਇਸ ਸਰੀਰ ਦੀ ਖੋਜ ਲੱਗ ਗਏ, ਉਹਨਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ।
ਇਹ ਸਰੀਰ ਦੇ ਵਿੱਚ ਸਭ ਕੁਝ ਹੈ, ਪਰ ਮਿਲਦਾ ਕਦੋਂ ਹੈ? ਜਦੋਂ ਗੁਰਬਾਣੀ ਰਾਹੀਂ ਆਪਾਂ ਇਹਦੀ ਪੜਚੋਲ ਕਰਾਂਗੇ। ਸਤਿਗੁਰੂ ਸਾਹਿਬ ਜੀ ਇੱਥੇ ਕਹਿੰਦੇ ਕਿ ਇਹ ਜੋ ਪੋਥੀ ਹੈ, ਭਾਵ ਗ੍ਰੰਥ ਸਾਹਿਬ ਜੀ ਨੇ, ਜਿਨ੍ਹਾਂ ਨੂੰ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿ ਕੇ ਪੂਜਦੇ ਹਾਂ, ਸਨਮਾਨਦੇ ਹਾਂ, ਸਤਿਕਾਰ ਦਿੰਦੇ ਹਾਂ, ਇਹ ਪਰਮੇਸ਼ਰ ਦੇ ਮਿਲਣ ਦਾ ਥਾਂ ਹੈ। ਜਿਹੜੇ ਇਸ ਦੇ ਰਾਹੀਂ ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ। ਬ੍ਰਹਮ ਗਿਆਨ ਦਾ ਅਰਥ ਕਿ ਉਹਨਾਂ ਨੂੰ ਬ੍ਰਹਮ ਦੀ ਸੋਝੀ ਹੋ ਜਾਂਦੀ ਹੈ। ਹੁਣ ਦੇਖੋ ਨਾ, ਕੋਈ ਮੂਰਤੀ ਨੂੰ ਮੱਥਾ ਟੇਕ ਰਿਹਾ ਹੈ, ਉਹਨੂੰ ਮੂਰਤੀ ਦੇ ਬਾਰੇ ਤੇ ਕੋਈ ਪਤਾ ਲੱਗ ਸਕਦਾ, ਬ੍ਰਹਮ ਦੀ ਥੋੜ੍ਹਾ ਸੋਝੀ ਹੋਏਗੀ। ਕੋਈ ਕਬਰਾਂ ਨੂੰ ਪੂਜ ਰਿਹਾ, ਉੱਥੋਂ ਉਹਨੂੰ ਕੋਈ ਬ੍ਰਹਮ ਦਾ ਗਿਆਨ ਥੋੜ੍ਹਾ ਮਿਲ ਜਾਏਗਾ। ਕੋਈ ਹੋਰ ਕਰਮਕਾਂਡ ਕਰ ਰਿਹਾ ਹੈ, ਜਪ ਤਪ ਕਰ ਰਿਹਾ ਹੈ, ਇਹ ਕੋਈ ਬ੍ਰਹਮ ਗਿਆਨ ਪ੍ਰਾਪਤ ਕਰਨ ਦਾ ਤਰੀਕਾ ਨਹੀਂ ਹੈ। ਗਿਆਨ ਤਾਂ ਮਿਲੇਗਾ ਨਾ। ਦੇਖੋ, ਜੇ ਅਸੀਂ ਕਿਸੇ, ਸਤਿਗੁਰੂ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ ਹੈ ਕਿ ਪੋਥੀ ਪ੍ਰਾਣ ਕਮਾਈਐ, ਪਉਵੱਟੀ ਇਤ ਤਨ ਪਾਈਐ, ਸੱਚ ਬੂਝਣ ਆਣ ਜਲਾਈਐ, ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤਉ ਮਿਲੈ। ਉਦਾਹਰਨ ਦਿੱਤੀ ਇੱਕ ਦੀਵੇ ਦੀ। ਦੀਵੇ 'ਚ ਤੇਲ ਪਾਉਂਦੇ ਆ, ਤੇਲ 'ਚ ਇੱਕ ਵੱਟੀ ਵੱਟ ਕੇ ਪਾਉਂਦੇ ਆ, ਵੱਟੀ ਨੂੰ ਫਿਰ ਅਸੀਂ ਅੱਗ ਲਗਾਉਂਦੇ ਆ, ਅੱਗ ਲੱਗਦੀ ਹੈ, ਚਾਨਣ ਹੁੰਦਾ ਹੈ, ਹਨੇਰਾ ਭੱਜ ਜਾਂਦਾ ਹੈ। ਉਹ ਅੱਗ ਲਗਾਉਣੇ ਤਾਂ ਹੀ ਦੀਵਾ ਬਲਦਾ ਹੈ ਨਾ। ਦੀਵਾ ਬਲੇਗਾ ਜੇ ਅੱਗ ਲਗਾਵਾਂਗੇ। ਸਾਡਾ ਇਹ ਹਿਰਦਾ ਵੀ ਜਿਹੜਾ ਹੈ, ਇਹ ਦੀਵੇ ਦੀ ਨਿਆਈ ਹੈ। ਇਹ ਜੋ ਆਪਾਂ ਗੁਰਬਾਣੀ ਪੜ੍ਹਦੇ ਹਾਂ ਜਾਂ ਹੋਰ ਧਰਮ ਗ੍ਰੰਥ ਪੜ੍ਹਦੇ ਹਾਂ, ਇਹਨਾਂ ਦੀ ਜਿਹੜੀ ਕਮਾਈ ਹੈ ਜਾਂ ਇਹਨਾਂ ਦਾ ਗਿਆਨ ਆਪਣੇ ਹਿਰਦੇ 'ਚ ਵਸਾਉਂਦੇ ਹਾਂ, ਇਹ ਤੇਲ ਦੀ ਨਿਆਈ ਹੈ। ਅੰਦਰ ਜਿਹੜੀ ਭਾਵਨਾ ਪੈਦਾ ਹੁੰਦੀ ਹੈ, ਉਹ ਵੱਤੀ ਦੀ ਨਿਆਈ ਹੈ। ਤੇ ਜਿਹੜਾ ਅਸੀਂ ਗੁਰੂ ਪਾਸੋਂ ਗਿਆਨ ਪ੍ਰਾਪਤ ਕਰਦੇ ਹਾਂ, ਉਹ ਇਵੇਂ ਅੱਗ ਦੀ ਨਿਆਈ। ਜਿਵੇਂ ਅੱਗ ਦੇ ਨਾਲ ਦੀਵੇ ਨੂੰ ਜਗਾਉਂਦੇ ਹਾਂ, ਉਹ ਗੁਰੂ ਦਾ ਗਿਆਨ ਸਾਡੇ ਅੰਦਰੋਂ ਗਿਆਨ ਪ੍ਰਗਟ ਕਰੇਗਾ। ਗੁਰਬਾਣੀ ਨਾਲ ਜੁੜ ਕੇ ਗਿਆਨ ਸਾਡੇ ਅੰਦਰੋਂ ਪੈਦਾ ਹੋਣਾ। ਉਹ ਗਿਆਨ ਹਰ ਮਨੁੱਖ ਦੇ ਅੰਦਰ ਹੈ। ਸਤਿਗੁਰੂ ਜੀ ਕਹਿੰਦੇ ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ। ਬ੍ਰਹਮ ਗਿਆਨ ਜਿਹੜਾ ਉਹ ਗੱਲੀ ਬਾਤੀ ਨਹੀਂ ਪ੍ਰਾਪਤ ਹੋਣਾ। ਬੜੀ ਹੈਰਾਨੀ ਹੈ, ਸਾਡੇ ਤੇ ਇੱਕ ਥਾਂ ਚੱਲ ਪਿਆ, ਉੱਥੇ ਡਿਗਰੀਆਂ ਦਿੰਦੇ ਬ੍ਰਹਮ ਗਿਆਨੀ ਦੀਆਂ, ਕਹਿੰਦੇ 2 ਸਾਲ ਰਹੋ ਤੇ ਬ੍ਰਹਮ ਗਿਆਨੀ ਬਣਾ ਦਾਂਗੇ। ਹੁਣ ਜਿਸ ਸਮਾਜ 'ਚ ਇਹਨੇ ਬ੍ਰਹਮ ਗਿਆਨੀ ਪੈਦਾ ਹੋ ਜਾਣ, ਉਹਨੂੰ ਕਾਹਦਾ ਖਤਰਾ ਹੈ? ਇੱਕ ਬ੍ਰਹਮ ਗਿਆਨੀ ਹੋਏ ਤੇ ਸਮਾਜ ਬੜਾ ਵਡਭਾਗੀ ਬਣ ਜਾਏ। ਜਿੱਥੇ 2 ਸਾਲਾਂ 'ਚ ਹੀ ਬ੍ਰਹਮ ਗਿਆਨੀ ਪੈਦਾ ਹੋ ਜਾਣ, 2 ਸਾਲਾਂ 'ਚ ਤੇ ਡਾਕਟਰ ਨਹੀਂ ਬਣਦਾ। 2 ਸਾਲਾਂ 'ਚ ਤੇ ਡਾਕਟਰ ਨਹੀਂ ਬਣਦਾ, ਉਹਨੂੰ ਵੀ ਕਈ ਸਾਲ ਮਿਹਨਤ ਕਰਨੀ ਪੈਂਦੀ, ਫਿਰ ਉਹਨੂੰ ਪ੍ਰੈਕਟਿਸ ਕਰਨੀ ਪੈਂਦੀ ਹੈ। 2 ਕੁ ਸਾਲਾਂ 'ਚ ਬ੍ਰਹਮ ਗਿਆਨੀ ਬਣਨੇ ਸ਼ੁਰੂ ਹੋ ਜਾਣ, ਕਿੰਨੀ ਵਧੀਆ ਗੱਲ ਹੈ। ਪਰ ਜੇ ਬ੍ਰਹਮ ਗਿਆਨੀ ਇੱਦਾਂ ਹੀ ਬਣਨਾ, ਫਿਰ ਤੇ ਕੰਮ ਹੀ ਬੜਾ ਸੌਖਾ ਹੈ। ਇਸ ਕਰਕੇ ਬ੍ਰਹਮ ਗਿਆਨ ਕਿਵੇਂ ਮਿਲਦਾ? ਬ੍ਰਹਮ ਗਿਆਨ ਤੇ ਤਾਂ ਮਿਲੇਗਾ ਜੇ ਸਾਨੂੰ ਕੋਈ ਬ੍ਰਹਮ ਦੀ ਗੱਲ ਕਹੇਗਾ, ਬ੍ਰਹਮ ਦੀ ਸੋਝੀ ਕਹੇਗਾ, ਜੇ ਅਸੀਂ ਅੰਦਰੋਂ ਬ੍ਰਹਮ ਨੂੰ ਦੇਖਾਂਗੇ। ਗੁਰਬਾਣੀ ਬ੍ਰਹਮ ਦਾ ਰੂਪ ਹੈ, ਪਰਮਾਤਮਾ ਦਾ ਰੂਪ ਹੈ। ਜਦੋਂ ਸਾਡੀ ਸੁਰਤ ਗੁਰਬਾਣੀ ਨਾਲ ਜੁੜੇਗੀ, ਸਾਡੀ ਸੁਰਤ ਸਿੱਧੀ ਬ੍ਰਹਮ ਦੇ ਵਿੱਚ ਲਿਵਲੀਨ ਹੋ ਜਾਏਗੀ। ਗੁਰਬਾਣੀ ਨਿਰੋਲ ਤੁਹਾਨੂੰ ਪਰਮੇਸ਼ਰ ਦੇ ਪਿਆਰ 'ਚ ਹੀ ਜੋੜਦੀ ਹੈ। ਗੁਰਬਾਣੀ ਦੀ ਇਹ ਵਡਿਆਈ ਹੈ। ਨਾ ਤਾਂ ਗੁਰਬਾਣੀ ਕਿਸੇ ਭਰਮ ਭਟਕਣਾ 'ਚ ਪਾਉਂਦੀ ਹੈ, ਨਾ ਗੁਰਬਾਣੀ, ਆਪਾਂ ਦੇਖਦੇ ਹੀਰਿਆਂ ਦੇ ਵਪਾਰੀ ਥੋੜ੍ਹੇ ਹੁੰਦੇ ਨੇ। ਬਾਕੀ ਆਮ ਚੀਜ਼ਾਂ ਖਰੀਦਣ ਲਈ ਤੇ ਦੁਕਾਨਾਂ 'ਤੇ ਭੀੜ ਲੱਗੀ ਰਹਿੰਦੀ ਹੈ। ਹੀਰਿਆਂ ਦੀ ਦੁਕਾਨ 'ਤੇ ਭੀੜ ਤੇ ਨਹੀਂ ਨਾ ਮਿਲੇਗੀ ਤੁਹਾਨੂੰ। ਵਿਰਲੇ ਗਾਹਕ ਉੱਥੇ ਜਾਂਦੇ ਨੇ, ਹੀਰਿਆਂ ਦੇ ਪਾਰਖੂ ਵੀ ਘੱਟ ਹੀ ਹੁੰਦੇ ਨੇ। ਇਸੇ ਤਰੀਕੇ ਨਾਲ ਗੁਰਬਾਣੀ 'ਚੋਂ ਗਿਆਨ ਪ੍ਰਾਪਤ ਕਰਨ ਵਾਲੇ ਬਹੁਤ ਵਿਰਲੇ ਨੇ। ਹਾਂ, ਇਸ ਖਿਆਲ ਨਾਲ ਪੜ੍ਹਨ ਦੇ ਲਈ ਕਿ ਇਹ ਸ਼ਬਦ 31 ਦਿਨ ਪੜ੍ਹ ਲਓ, ਆਹ ਕਾਮਨਾ ਪੂਰੀ ਹੋਏਗੀ, ਇੰਨੇ ਦਿਨ ਫਲਾਣੇ ਥਾਂ ਜਾਓ, ਇਸ ਲਈ ਤੇ ਬਹੁਤ ਭੀੜ ਲੱਗੀ ਪਈ ਹੈ। ਕਰਮ ਕਾਂਡੀਆਂ ਨੇ ਜਿੱਧਰ ਤੋਰਿਆ ਉੱਧਰ ਭੀੜ ਲੱਗ ਜਾਂਦੀ ਹੈ। ਗਿਆਨ ਦੇ ਮਾਰਗ ਤੇ ਕਦੀ ਭੀੜ ਹੋਈ ਨਹੀਂ ਹੈ, ਤੇ ਨਾ ਹੀ ਕਦੀ ਗਿਆਨਵਾਨਾਂ ਦੀ ਭੀੜ ਇਸ ਧਰਤੀ ਤੇ ਹੋਣੀ ਹੈ, ਕਦੀ ਨਹੀਂ ਹੋਣੀ। ਇੱਥੇ ਦੂਜੀ ਭੀੜ ਤਾਂ ਹਮੇਸ਼ਾ ਤੁਰੀ ਰਹੇਗੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਦੋਂ ਤੁਸੀਂ ਗੁਰਬਾਣੀ ਨਾਲ ਜੁੜੋਗੇ, ਗੁਰਬਾਣੀ ਨਿਰੋਲ ਤੁਹਾਨੂੰ ਬ੍ਰਹਮ ਦਾ ਹੀ ਗਿਆਨ ਦੇਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਇੱਕ ਇੱਕ ਲਫ਼ਜ਼ ਵਿੱਚ, ਇੱਕ ਇੱਕ ਸ਼ਬਦ ਵਿੱਚ, ਇੱਕ ਇੱਕ ਲਾਈਨ ਵਿੱਚ ਨਿਰੋਲ ਬ੍ਰਹਮ ਦੀ ਸੋਝੀ ਹੈ, ਬ੍ਰਹਮ ਦਾ ਗਿਆਨ ਹੈ। ਮਨੁੱਖ ਨੂੰ ਜ਼ਿੰਦਗੀ ਦੀਆਂ ਊਣਤਾਈਆਂ ਤੋਂ ਚੇਤੇ ਕਰਾ ਕੇ, ਜਿਉਣ ਦੀ ਜਾਚ ਦੱਸ ਕੇ, ਰਵੀ ਪਿਆਰਿਆਂ ਦੀ ਵਡਿਆਈ ਦੱਸ ਕੇ, ਰੱਬ ਨਾਲੋਂ ਟੁੱਟਣ ਦੇ ਔਗਣ ਦੱਸ ਕੇ, ਫਿਰ ਸਤਿਗੁਰੂ ਜੀ ਨੇ ਗਿਆਨ ਹੀ ਬ੍ਰਹਮ ਦਾ ਦਿੱਤਾ ਹੈ ਕਿ ਬ੍ਰਹਮ ਨਾਲ ਜੁੜਨਾ ਕਿਵੇਂ। ਸੋ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਗੁਰੂ ਰਾਹੀਂ ਸਾਧ ਸੰਗਤ ਦਾ ਇੱਥੇ ਹੈ, ਗੁਰਬਾਣੀ ਰਾਹੀਂ, ਜਿਹੜੇ ਗੁਰਬਾਣੀ ਰਾਹੀਂ ਪ੍ਰਮਾਤਮਾ ਦੇ ਗੁਣ ਗਾਉਂਦੇ ਨੇ,
देखो परमात्मा के गुण अपने तौर पर को गा रहे, चंगी गल है। गुरु ग्रंथ साहिब जी ने एक बचन किया है, कोई काम करना है तो उसके लिए अकल चाहिए। अकल अकली साहिब से भी है, अकली पाइए मान, अकली पढ़ के बूझी है, अकली कीचै दान। रब की बंदगी करनी तो ਉਹਦੇ लिए भी अकल चाहिए। ये नहीं कि अखा मीटो रब मिल जाएगा, ये नहीं कि एवं तुरे फिरो टक्कर मारी जो रब मिल जाए, भुखे मीठो रब मिल जाएगा। इदां तो बहुत लोग करते हैं, किन्नियां को रब मिल गया कि अकली साहिब से भी है। रब नूं चेते करन दे लिए भी अकल चाहिए है। वो अकल मिलेगी गुरबाणी विचों, वो ज्ञान मिलेगा गुरबाणी विचों। इस करके सतगुरु जी कहते हैं कि ज्ञान तो बिना परमात्मा के प्यार च भी नहीं जुड़िया जाना। धर्म का संबंध ही ज्ञान के नाल है। मनुख की जिंदगी का धर्म है परमात्मा के प्यार च जुड़ना। सर्ब धर्म है श्रेष्ठ धर्म, हर को नाम जप निर्मल कर्म। हरि दे नाम नूं जपना, निर्मल कर्म करने मनुख की जिंदगी का धर्म है। तो वह धर्म का संबंध जिहड़ा ज्ञान नाल है। गुरबाणी ज्ञान रूप है। गुरबाणी चानण दिंदी है, गुरबाणी अज्ञानता कढ़दी है। सतगुरु साहब जी कहते जेड़े गुरबाणी राही साध संगत राही परमात्मा के गुण गाउंदे ने। हुण अपने तौर पर बड़े लोग लगे हुए ने रब वाले बन्ने। वो इदां हालत है कि जिवें कैमिस्ट को दवाइयां तो मिल जांदियां ने, पर डॉक्टर की राय तो बिना दवाई खावांगे वो दवाई कई बारी ना रिएक्शन भी कर दिंदी है, वो नुकसान करदी। फायदा तो नहीं दिंदी पर कई बार नुकसान कर दिंदी है। इस करके सियाणे कहते डॉक्टर की राय दे नाल दवाई खाओ। इसे तरीके दे राही परमात्मा वाले पासे तो बहुत दुनिया लगी आपो अपने ढंग तरीके दे नाल। बड़ा टाइम भी लग रहा है, मनुख की एनर्जी भी लग रही है, मनी पावर भी तो मैन पावर भी लग रही है। पर जिन्नी दुनिया धर्म वाले पासे लगी कि वह धार्मिक बन गई जां रब दे नाल वो जुड़ गई। जे जुड़ गई है फिर तो समाज साडा बहुत वधिया होना चाहिए। फिर तो मनुखी समाज कोई लड़ाई, कोई झगड़ा, कोई कल कलेश नहीं होना चाहिए। पर जिहड़े धर्म के नां ते धर्म नाल जुड़े ने उन्हां 'च आपां देखदे बड़ी बेचैनी पसरी हुंदी है। उन्हां 'च तकरार हुंदे ने, उन्हां 'च वाद विवाद ते लड़ाइयां हुंदियां ने। धर्म के नां ते लड़ाइयां बहुतियां ने इस धरती ते। सगों ਇਹਦਾ मतलब कि वो जुड़े भावें धर्म नाल जुड़न का यतन करते पर धर्म की समझ नहीं आई उन्होंने। सतगुरु जी कहते जे तुसी गुरबाणी नाल जुड़ोगे, अपने तौर पर जो यतन करते इवें है जिवें आप ही मर्जी नाल कोई चीज़ बाजारों लैके खा ली दवाई, लेकिन अपने तौर पर यतन किए हुए मनुख दे अंदर अहंकार नहीं मेड़ सकते। सतगुरु जी कहते कि जे परमात्मा का ज्ञान प्राप्त करना है तो उसके लिए इको एक तरीका है गुरु का शब्द, गुरु की बाणी, साध संगत। साध संगत किनू के है? जो गुरबाणी की विचारधारा वाले लोग ने, परमात्मा की विचारधारा वाले लोगों को सतगुरु जी ने संत जन के है, साध संगत के है। उन्होंने राही असी परमात्मा के प्यार में जुड़ांगे, फिर सानू पूर्ण ब्रह्म ज्ञान प्राप्त हो जाएगा, परमात्मा की सोझी प्राप्त हो जाएगी। सो सतगुरु जी कहते हैं वैसे जगत विच की वापरे है कि साधक सिद्ध सगल मुन लोचै बिरलै लागे ध्यान। जगत विच बड़े साधक, साधक दा अर्थ हुंदा साधना करन वाले, सिद्ध दा अर्थ है जिन्हां दी साधना पूरी हो गई है, जिहड़े कहंदे असीं भुग गए, जोगी बन गए हैं। सतगुरु जी कहंदे बड़े लोग ने जिहड़े साधना कर रहे ने कि रब नूं असीं मिलना है। बड़े लोग ने जिहड़े कहंदे साडी साधना पूरी हो गई है, असीं सिद्ध बन गए हैं। सगल मुन चाहें, मुन मैना मुनि, बड़े बड़े मुनि ऋषि जिहड़े वो भी चाहते हैं कि सानू रब मिल जाए। गुरु अमरदास जी ने एक बचन किया सी, सुर नार मुन जन अमृत लोच दे, अमृत खोज दे सो अमृत गुर ते पाया, पाया अमृत गुर कृपा कीनी सच्चा मन वसाया। सतगुरु जी कहते बड़े बड़े देवते, बड़े बड़े सिद्ध, बड़े बड़े मुनि ये सारे अमृत नूं चाहुंदे ने, पर सानू वो अमृत मिल गया गुरु की बख्शिश सदका। वो अमृत मिलिया गुरबाणी नहीं। गुरबाणी दे विच अमृत ही भरिया होया है। गुरु के बचन अक्सर चेते करते हैं, बाणी गुरु, गुरु है बाणी, विच बाणी अमृत सारे। सारे दा अर्थ संभाल करनी, सारे दा अर्थ इत्थे सारा नहीं, आपां कहंदे सारा भरिया होया, सारे दा अर्थ संभाल। विच बाणी अमृत, बाणी विच अमृत है। बाणी गुरु का रूप है, गुरु बाणी का रूप है, बाणी विच अमृत है।
ਸਾਰੇ ਦਾ ਅਰਥ ਕਿ ਸਿੱਖ ਉਸ ਅੰਮ੍ਰਿਤ ਦੀ ਸੰਭਾਲ ਕਰਦਾ ਹੈ, ਗੁਰਬਾਣੀ ਚੋਂ ਉਸ ਅੰਮ੍ਰਿਤ ਨੂੰ ਪ੍ਰਾਪਤ ਕਰਦਾ ਹੈ। ਗੁਰਬਾਣੀ ਉਹ ਅੰਮ੍ਰਿਤ ਦੀ ਦਾਤ ਦਿੰਦੀ। ਸਤਿਗੁਰੂ ਜੀ ਦਾ ਇੱਕ ਬਚਨ ਗੁਰੂ ਰਾਮਦਾਸ ਜੀ ਮਹਾਰਾਜ ਦਾ, ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤ ਬੁਰਕੇ ਰਾਮ ਰਾਜੇ, ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕੇ, ਗੁਰ ਤੁਠੇ ਹਰ ਪਾਇਆ ਚੁੱਕੇ ਤੱਕ ਤੱਕੇ, ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ। ਗੁਰ ਅੰਮ੍ਰਿਤ ਭਿੰਨੀ ਦੇਹੁਰੀ, ਦੇਹੁਰੀ ਦਾ ਅਰਥ ਹੁੰਦਾ ਹੈ ਸੋਹਣਾ ਸਰੂਪ, ਸੋਹਣਾ ਸਰੀਰ। ਸਤਿਗੁਰੂ ਜੀ ਦਾ ਜਿਹੜਾ ਦੇਹ ਤੋਂ ਦੇਹੁਰੀ ਲਫ਼ਜ਼ ਬਣਿਆ, ਸੋਹਣਾ ਜਿਹਾ ਸਰੀਰ ਸਤਿਗੁਰੂ ਜੀ ਦਾ ਅੰਮ੍ਰਿਤ ਦੇ ਨਾਲ ਹੀ ਭਿੱਜਾ ਪਿਆ। ਹੁਣ ਸਤਿਗੁਰੂ ਜੀ ਦਾ ਸਰੀਰ ਕੀ ਹੈ? ਗੁਰਬਾਣੀ। ਸਤਿਗੁਰੂ ਜੀ ਦਾ ਸਰੂਪ ਗੁਰਬਾਣੀ ਹੈ। ਹੁਣ ਗੁਰੂ ਕੀ ਬਾਣੀ ਜਿਹੜੀ ਅੰਮ੍ਰਿਤ ਦੇ ਨਾਲ ਹੀ ਭਿੱਜੀ ਪਈ ਹੈ। ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤ ਬੁਰਕੇ ਰਾਮ ਰਾਜੇ। ਸਤਿਗੁਰੂ ਜੀ ਕਹਿੰਦੇ ਕਿ ਗੁਰੂ ਆਪਣੇ ਦਰ ਤੇ ਆਇਆ ਲੋਕਾਂ ਤੇ ਅੰਮ੍ਰਿਤ ਹੀ ਬੁਰਕ ਦਾ ਅਰਥ ਹੁੰਦਾ ਛਿੜਕਾਉਣਾ, ਅੰਮ੍ਰਿਤ ਹੀ ਛਿੜਕਾਉਂਦਾ ਹੈ, ਅੰਮ੍ਰਿਤ ਦੀ ਹੀ ਸਪਰੇਅ ਕਰਦਾ ਹੈ, ਅੰਮ੍ਰਿਤ ਹੀ ਵਰਤਾਉਂਦਾ ਹੈ। ਜਿਨ੍ਹਾਂ ਗੁਰਬਾਣੀ ਮਨ ਪਾਈ ਹੈ। ਸਵਾਲ ਹੈ ਕਿ ਜਿਹੜਾ ਗੁਰੂ ਅੰਮ੍ਰਿਤ ਛਿੜਕਾਉਂਦਾ ਹੈ ਉਹ ਸਾਨੂੰ ਕਿਵੇਂ ਮਿਲੇ, ਅਸੀਂ ਉਹਦੇ ਪਾਤਰ ਕਿਵੇਂ ਬਣੀਏ? ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਗੁਰਬਾਣੀ ਮਨ ਪਾਈ ਆ, ਜਿਨ੍ਹਾਂ ਨੂੰ ਗੁਰਬਾਣੀ ਮਨ ਕਰਕੇ ਚੰਗੀ ਲੱਗੇਗੀ ਉਹ ਅੰਮ੍ਰਿਤ ਛਕ ਲੈਂਦੇ ਨੇ, ਉਹ ਅੰਮ੍ਰਿਤ ਨੂੰ ਮਾਣ ਲੈਂਦੇ ਨੇ। ਦੇਖੋ ਪੰਜ ਪਿਆਰੇ ਸਾਹਿਬਾਨ ਕੋਲ ਜਾ ਕੇ ਅਸੀਂ ਖੰਡੇ ਕੀ ਪੌਲ ਪ੍ਰਾਪਤ ਕਰਦੇ ਹਾਂ, ਇਹ ਵੱਡੇ ਭਾਗ ਨੇ। ਪਰ ਉਹ ਨਾਲ ਸਾਨੂੰ ਕੋ ਉਪਦੇਸ਼ ਦਿੰਦੇ ਨੇ ਕਿ ਰੋਜ਼ ਬਾਣੀ ਪੜ੍ਹਿਆ ਕਰੋ, ਪਿਆਰ ਦੇ ਨਾਲ ਸਿਮਰਨ ਕਰਿਆ ਕਰੋ। ਜਦੋਂ ਉਹ ਗੁਰਬਾਣੀ ਸਾਨੂੰ ਚੰਗੀ ਲੱਗੇਗੀ ਅੰਮ੍ਰਿਤ ਤੇ ਉਦੋਂ ਛਕਾਂਗੇ। ਅਸੀਂ ਅੰਮ੍ਰਿਤਧਾਰੀ ਤੇ ਉਦੋਂ ਹੀ ਬਣਾਂਗੇ ਜਦੋਂ ਬਾਣੀ ਚੰਗੀ ਲੱਗੇਗੀ। ਹੁਣ ਬਹੁਤ ਨੇ ਮੇਰੇ ਵਰਗੇ ਜਿਹੜੇ ਬਾਣੀ ਪੜ੍ਹਦੇ ਨਹੀਂ ਹੈ, ਕਕਾਰ ਪਹਿਨੇ ਨੇ ਗੁਰੂ ਕੇ, ਉਹਨਾਂ ਨੇ ਬਾਣੀ ਸੁਣਦੇ ਵੀ ਨਹੀਂ ਹੈ, ਕਿ ਉਹ ਸਿਰਫ ਲਣ ਭਿਣ ਤੱਕ ਹੀ ਸੀਮਤ ਨੇ ਕਿ ਅਸੀਂ ਸਿੱਖ ਹਾਂ, ਇਹਦੋਂ ਅੱਗੇ ਨਹੀਂ ਵੱਧ ਸਕੇ। ਸਿੱਖ ਹੋਣਾ ਬਹੁਤ ਸੁਭਾਗ ਦੀ ਗੱਲ ਹੈ। ਇਸ ਪਲੈਨਟ ਤੇ ਧਰਤੀ ਤੇ ਕੋਈ ਗੁਰੂ ਕੀ ਸਿੱਖਿਆ ਨੂੰ ਗ੍ਰਹਿਣ ਕਰ ਲੇ ਉਹਦੇ ਤੇ ਬਹੁਤ ਹੀ ਵੱਡੇ ਭਾਗ ਨੇ। ਇਹ ਗੁਰੂ ਰਾਮਦਾਸ ਜੀ ਦਾ ਬਚਨ, ਸਭ ਨੂੰ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜ੍ਹਤੇ ਆ। ਜਿਹੜਾ ਗੁਰੂ ਚਰਨਾਂ ਨਾਲ ਜੁੜ ਗਿਆ ਉਹਦੇ ਸਭ ਤੋਂ ਵੱਡੇ ਭਾਗ ਨੇ ਇਸ ਧਰਤੀ ਤੇ। ਗੁਰੂ ਰਾਮਦਾਸ ਜੀ ਮਹਾਰਾਜ ਨੇ ਤੇ ਕਿਹਾ ਹੀ ਹੈ, ਪਰ ਦੁਨੀਆ ਦੇ ਹੋਰ ਨਾ ਮਤਾਂ ਦੇ ਦਾਨੇ ਲੋਕ ਜਿਹੜੇ ਬੜੇ ਬੜੇ ਫਿਲਾਸਫਰ ਹੋਏ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ, ਭਵਿੱਖਬਾਣੀਆਂ ਕੀਤੀਆਂ ਨੇ ਕਿ ਦੁਨੀਆ ਦੇ ਅਗਰ ਕੋਈ ਸਭ ਤੋਂ ਮਹਾਨ ਉੱਤਮ ਗੱਲ ਹੈ ਤੇ ਗੁਰੂ ਕੀ ਬਾਣੀ ਹੈ, ਗੁਰੂ ਕੀ ਮਤ ਹੈ ਭਾਈ। ਇਸ ਕਰਕੇ ਗੁਰੂ ਰਾਮਦਾਸ ਜੀ ਕਹਿੰਦੇ ਜਿਨ੍ਹਾਂ ਨੂੰ ਗੁਰਬਾਣੀ ਚੰਗੀ ਲੱਗਦੀ ਹੈ ਉਹ ਅੰਮ੍ਰਿਤ ਛਕਦੇ ਨੇ ਭਾਈ, ਉਹਨਾਂ ਨੂੰ ਅੰਮ੍ਰਿਤ ਮਿਲ ਜਾਂਦਾ ਹੈ, ਉਹ ਅੰਮ੍ਰਿਤਧਾਰੀ ਬਣ ਜਾਂਦੇ ਨੇ। ਗੁਰ ਤੁਠੇ ਹਰ ਪਾਇਆ ਚੁੱਕੇ ਤੱਕ ਤੱਕੇ। ਜਿਨ੍ਹਾਂ ਨੂੰ ਗੁਰਬਾਣੀ ਚੰਗੀ ਲੱਗਦੀ ਹੈ ਉਹ ਗੁਰੂ ਵੀ ਉਹਨਾਂ ਨੂੰ ਪਿਆਰ ਕਰਦਾ ਹੈ। ਦੇਖੋ ਨਾ, ਜਿਹਦਾ ਬਾਣੀ ਨਾਲ ਪਿਆਰ ਹੋਏਗਾ ਗੁਰੂ ਉਹਨੂੰ ਕਿਉਂ ਨਹੀਂ ਪਿਆਰ ਕਰੇਗਾ? ਗੁਰੂ ਰਾਮਦਾਸ ਜੀ ਦਾ ਇੱਕ ਬਚਨ ਕਿ ਜਿਨ ਨਾਨਕ ਸਤਿਗੁਰੂ ਪੂਜਿਆ ਤਿਨ ਹਰ ਪੂਜ ਕਰਾਵਾ। ਜਿਹੜਾ ਗੁਰੂ ਦੀ ਪੂਜਾ ਕਰੇਗਾ ਗੁਰੂ ਦੀ ਉਹ ਪੂਜਾ ਕਿਉਂ ਨਹੀਂ ਕਰਾਏਗਾ? ਆਏ ਆਮ ਦੁਨਿਆਵੀ ਲੋਕ ਨੇ, ਤੁਸੀਂ ਕਿਸੇ ਦੁਨਿਆਵੀ ਚੌਧਰੀ ਨੂੰ ਖੁਸ਼ ਕਰ ਲਓ ਤੇ ਤੁਹਾਡਾ ਵੀ ਮਾਣ ਤਾਣ ਬਣ ਜਾਂਦਾ ਹੈ। ਇਹ ਦੁਨਿਆਵੀ ਲੋਕਾਂ ਦੀ ਗੱਲ ਹੈ। ਤੇ ਜੇ ਅਸੀਂ ਗੁਰੂ ਦੀ ਪ੍ਰਸੰਨਤਾ ਲੈ ਲਈ, ਗੁਰੂ ਕੀ ਬਖਸ਼ਿਸ਼ ਲੈ ਲਈ, ਤੇ ਸਾਡਾ ਧਰਤੀ ਤੇ ਕਿਉਂ ਨਹੀਂ ਮਾਣ ਬਣੇਗਾ? ਯਕੀਨਨ ਬਣੇਗਾ। ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕੇ, ਗੁਰ ਤੁਠੇ ਹਰ ਪਾਇਆ ਚੁੱਕੇ ਤੱਕ ਤੱਕੇ। ਜਿਨ੍ਹਾਂ ਤੇ ਗੁਰੂ ਟੁੱਟ ਗਿਆ ਉਹਨਾਂ ਦੀ ਜ਼ਿੰਦਗੀ ਵਿੱਚੋਂ ਧੱਕੇ ਧੋੜੇ ਖਤਮ ਹੋ ਗਏ, ਖੱਜਲ ਖੁਆਰੀ ਖਤਮ ਹੋ ਗਈ। ਹਰ ਜਨ ਹਰ ਹਰ ਹੋਇਆ, ਉਹ ਹਰੀ ਦਾ ਜਨ ਬਣ ਗਿਆ, ਉਹ ਹਰੀ ਦਾ ਰੂਪ ਬਣ ਗਿਆ, ਹਰੀ ਦੇ ਵਿੱਚ ਸਮਾ ਗਿਆ। ਕੌਣ? ਜਿਹਨੂੰ ਗੁਰਬਾਣੀ ਚੰਗੀ ਲੱਗਦੀ ਹੈ। ਸਤਿਗੁਰੂ ਜੀ ਨੇ ਕਿਹਾ ਹੈ ਕਿ ਦੁਨੀਆ ਦੇ ਵਿੱਚ ਬੜੇ ਸਿੱਧ ਮੁਨੀ ਜੋਗੀ ਜਿਹੜੇ ਨੇ ਉਹ ਬ੍ਰਹਮ ਗਿਆਨ ਪ੍ਰਾਪਤ ਕਰਨ ਦੇ ਲਈ ਯਤਨ ਕਰਦੇ ਨੇ, ਸਾਰੀਆਂ ਜ਼ਿੰਦਗੀਆਂ ਲਗਾ ਦਿੰਦੇ ਨੇ, ਪਰ ਸਿੱਖ ਨੂੰ ਕਿਤੇ ਜੰਗਲਾਂ 'ਚ ਜਾਣ ਦੀ ਲੋੜ ਨਹੀਂ ਹੈ। ਸਿੱਖ ਨੂੰ ਕਿਤੇ ਅੱਖਾਂ ਮੀਟ ਕੇ ਵੱਖਰੇ ਹੋ ਕੇ ਦੁਨੀਆ ਨਾਲੋਂ ਟੁੱਟ ਕੇ ਬੈਠਣ ਦੀ ਲੋੜ ਨਹੀਂ। ਅੰਮ੍ਰਿਤ ਵੇਲੇ ਰੱਬ ਦੇ ਪਿਆਰ ਜੁੜਨਾ ਬਹੁਤ ਉੱਤਮ ਗੱਲ ਹੈ, ਜੁੜਨਾ ਚਾਹੀਦਾ। ਲੇਕਿਨ ਸਿੱਖ ਨੂੰ ਲੋੜ ਹੈ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਨ ਦੇ ਲਈ, ਸਿੱਖ ਨੂੰ ਲੋੜ ਹੈ ਗੁਰਬਾਣੀ ਨੂੰ ਸਮਝਣ ਦੇ ਲਈ। ਚਾਹੀਦਾ ਤਾਂ ਇਹ ਹੈ ਕਿ ਅਸੀਂ ਆਪ ਸਮਝੀਏ ਤੇ ਹੋਰ ਲੋਕਾਂ ਨੂੰ ਜਲਦੀ ਤੋਂ ਜਲਦੀ ਗੁਰਬਾਣੀ ਨਾਲ ਜੋੜੀਏ। ਜਲਦੀ ਤੋਂ ਜਲਦੀ ਇਸ ਕਰਕੇ ਕਿ ਜਦੋਂ ਤੱਕ ਟਾਲਸਟਾਏ ਗੱਲ ਕਹਿੰਦਾ ਕਿ ਜਦੋਂ ਤੱਕ ਲੋਕਾਂ ਨੂੰ ਸਮਝ ਆਉਣੀ ਨਾ ਗੁਰਮਤ ਜਾਂ ਗੁਰਬਾਣੀ ਬਾਰੇ, ਉਦੋਂ ਤੱਕ ਮਨੁੱਖਤਾ ਦਾ ਬਹੁਤ ਨੁਕਸਾਨ ਹੋ ਚੁੱਕਾ ਹੋਣਾ। ਅਸੀਂ ਬੜਾ ਕਤਲੇਆਮ ਕਰਾ ਚੁੱਕੇ ਹੋਵਾਂਗੇ, ਉਦੋਂ ਤੱਕ ਬੜਾ ਨੁਕਸਾਨ ਕਰਾ ਚੁੱਕੇ ਹੋਵਾਂਗੇ। ਇਸ ਕਰਕੇ ਜਲਦੀ ਤੋਂ ਜਲਦੀ, ਰਸਲ ਵੀ ਇਹ ਗੱਲ ਕਹਿੰਦੇ ਕਿ ਜਲਦੀ ਤੋਂ ਜਲਦੀ ਗੁਰਬਾਣੀ ਲੋਕਾਂ ਤੱਕ ਪਹੁੰਚਾਉਣੀ ਚਾਹੀਦੀ।
ਉਹਨੇ ਇੱਕ ਹੋਰ ਉਲਾਮਾ ਦਿੱਤਾ ਸਿੱਖਾਂ ਨੂੰ ਕਿ ਜੇ ਗੁਰਬਾਣੀ ਅਜੇ ਤੱਕ ਲੋਕਾਂ ਤੱਕ ਪਹੁੰਚੀ ਨਹੀਂ ਨੇ ਤੇ ਇਹਦੇ ਕਸੂਰ ਸਿੱਖਾਂ ਦਾ। ਦੇਖੋ ਨਾ, ਕਈ ਸਿੱਖ ਤਾਂ ਬਾਣੀ ਪੜ੍ਹਨ ਵਾਲੇ ਨੂੰ ਕੁੱਟਣਾ ਹੀ ਸ਼ੁਰੂ ਕਰ ਦਿੰਦੇ, ਤੂੰ ਗਲਤ ਪੜ੍ਹਦਾ। ਕੁੱਟਣਾ ਤਾਂ ਕਿਸੇ ਮਸਲੇ ਦਾ ਹੱਲ ਨਹੀਂ, ਇਹ ਤਾਂ ਕੋਈ ਸਿੱਖੀ ਨਹੀਂ ਹੈ। ਮੈਨੂੰ ਇੱਕ ਯਾਦ ਹੈ ਗੱਲ, ਫਿਰੋਜ਼ਪੁਰ ਦੇ ਇਲਾਕੇ 'ਚ 3 ਕੁ ਸਾਲ ਪਹਿਲਾਂ ਮੈਂ ਗਿਆ। ਇੱਕ ਸਹਿਜਧਾਰੀ ਪਰਿਵਾਰ ਸੀ, ਬਜ਼ੁਰਗ ਬਹੁਤ, ਉਹਨਾਂ ਦੀ ਉਮਰ 70-80 ਸਾਲ ਹੋਏਗੀ। ਬੜੇ ਪਿਆਰ 'ਚ ਭਿੱਜੇ ਹੋਏ, ਗੁਰਬਾਣੀ ਦੀ ਕਥਾ ਸੁਣਾਏ, ਕਿਸੇ ਮਹਾਂਪੁਰਖਾਂ ਦੀ ਯਾਦ ਪ੍ਰੋਗਰਾਮ ਸੀ। ਰੋ ਪਏ ਕਹਿਣਗੇ, ਗਿਆਨੀ ਜੀ 3-4 ਪੀੜ੍ਹੀਆਂ ਤੋਂ ਸਾਡੇ ਘਰ 'ਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੀ, 3-4 ਪੀੜ੍ਹੀਆਂ ਤੋਂ। ਕਹਿੰਦੇ ਕੁਝ ਲੋਕ ਆਏ, ਉਹ ਮਹਾਰਾਜ ਦਾ ਸਰੂਪ ਹੀ ਚੁੱਕ ਕੇ ਲੈ ਗਏ, ਤੁਸੀਂ ਸਰੂਪ ਨਹੀਂ ਰੱਖ ਸਕਦੇ। ਉਹ ਸਤਕਾਰ ਕਮੇਟੀਆਂ ਬਣੀਆਂ ਨੇ, ਉਹ ਮਹਾਰਾਜ ਦਾ ਸਰੂਪ ਹੀ ਚੁੱਕ ਕੇ ਲੈ ਗਏ। ਉਹ ਰੋਂਦਾ, ਕਹਿੰਦਾ ਅਸੀਂ ਜਿਉ ਨਹੀਂ ਸਕਦੇ ਗੁਰੂ ਦੇ ਦਰਸ਼ਨ ਤੋਂ ਬਿਨਾਂ, ਅਸੀਂ ਗੁਰਬਾਣੀ ਤੋਂ ਬਿਨਾਂ ਜਿਉ ਨਹੀਂ ਸਕਦੇ, ਪਰ ਸਾਡੇ ਘਰੋਂ ਬਾਣੀ ਦਾ ਸਰੂਪ ਹੀ ਜ਼ਬਰਦਸਤ ਚੁੱਕ ਕੇ ਲੈ ਗਏ। ਦੇਖੋ ਅਸੀਂ ਗੁਰਬਾਣੀ ਦਾ ਪ੍ਰਚਾਰ ਕਰ ਲਾਂਗੇ ਕਿਤੇ? ਅਸੀਂ ਤੇ ਲੋਕਾਂ ਨੂੰ ਗੁਰਬਾਣੀ ਦੀਆਂ ਪੋਥੀਆਂ ਵੰਡਣੀਆਂ ਸਨ ਕਿ ਬਾਣੀ ਪੜ੍ਹੋ, ਵੱਧ ਤੋਂ ਵੱਧ ਬਾਣੀ ਪੜ੍ਹੋ, ਵੱਧ ਤੋਂ ਵੱਧ ਸਮਝੋ ਇਹਨੂੰ। ਪਰ ਅਸੀਂ ਤੇ ਕਹਿੰਨੇ ਧੜਾਧੜ ਲਿਆਓ, ਪੋਥੀਆਂ ਦਾ ਸੰਸਕਾਰ ਹੀ ਕਰ ਦਿਓ। ਘਰਾਂ 'ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕ ਕੇ ਨਾ ਅਗਨ ਭੇਟ ਕਰਨੇ ਸ਼ੁਰੂ ਕਰ ਦਿੱਤੇ ਸਾਡੇ ਲੋਕਾਂ ਨੇ। ਇਹ ਕੀ ਸਾਜ਼ਿਸ਼ ਹੈ ਇਹਦੇ ਪਿੱਛੇ? ਇਹ ਕੀ ਵਿਉਂਤ ਹੈ? ਧੜਾਧੜ ਘਰਾਂ 'ਚੋਂ ਗੁਰੂ ਸਾਹਿਬ ਦੇ ਸਰੂਪ ਲਿਆ ਕੇ ਟਿਕਾਣਿਆਂ ਤੇ ਬਿਰਧ ਹੈ ਜੀ, ਉਹਨਾਂ ਦੇ ਅਗਨ ਭੇਟ ਕਰਦੇ ਇਹਨਾਂ ਨੂੰ। ਸਾਡੇ ਬੱਚੇ ਤੇ ਅੱਗੇ ਗੁਰਬਾਣੀ ਨਾਲ ਜੋੜਨਾ ਬੜਾ ਔਖਾ ਹੋ ਗਿਆ ਇਸ ਜ਼ਮਾਨੇ 'ਚ। ਚਲੋ ਜੇ ਘਰ 'ਚ ਗੁਰੂ ਸਾਹਿਬ ਦਾ ਸਰੂਪ ਹੋਏਗਾ, ਥੋੜਾ ਬਹੁਤਾ ਬੱਚਿਆਂ ਤੇ ਅਸਰ ਤੇ ਪੈਂਦੇ ਜਿਨ੍ਹਾਂ ਨੇ ਘਰਾਂ 'ਚ ਰੱਖਿਆ, ਜਿਹੜੇ ਸੇਵਾ ਕਰ ਸਕਦੇ ਨੇ। ਪਰ ਜੇ ਆਪਾਂ ਘਰਾਂ 'ਚ ਹੁਣ ਮਹਾਰਾਜ ਦੀ ਬਾਣੀ ਦੇ ਗੁਟਕੇ ਹੀ ਨਹੀਂ ਰੱਖਾਂਗੇ, ਬਾਣੀ ਦੀਆਂ ਪੋਥੀਆਂ ਹੀ ਨਹੀਂ ਰੱਖਾਂਗੇ, ਕਿਤੇ ਗੁਰਬਾਣੀ ਦਾ ਪ੍ਰਗਾਸ ਹੀ ਨਹੀਂ ਹੋਏਗਾ, ਤੇ ਅਸੀਂ ਗੁਰਬਾਣੀ ਕੀ ਸਮਝਾਵਾਂਗੇ ਬੱਚਿਆਂ ਨੂੰ? ਇਸ ਕਰਕੇ ਸਾਡਾ ਕਸੂਰ ਹੈ ਕਿ ਅਸੀਂ ਲੋਕਾਂ ਨੂੰ ਗੁਰਬਾਣੀ ਲੋਕਾਂ ਤੱਕ ਪਹੁੰਚਾ ਨਹੀਂ ਸਕੇ। ਅਸੀਂ ਤੇ ਗੁਰਬਾਣੀ ਨੂੰ ਸਿਰਫ ਇਸ ਗੱਲ 'ਚ ਮਾਣ ਮਹਿਸੂਸ ਕਰਦੇ ਕਿ ਕੀਮਤੀ ਤੋਂ ਕੀਮਤੀ ਰੁਮਾਲਾ ਲੈ ਆਓ ਤੁਸੀਂ, ਉਹਦੇ ਨਾਲ ਹੀ ਸਤਿਗੁਰੂ ਜੀ ਦਾ ਸਤਿਕਾਰ ਬਣਨਾ ਹੈ। ਦੇਖੋ, ਰੁਮਾਲੇ ਚੜਾਉਣਾ ਮੁਬਾਰਕ ਹੈ, ਗੁਰੂ ਸਾਹਿਬ ਜੀ ਦੀ ਸ਼ਰਧਾ ਸਾਡੇ ਮਨ 'ਚ ਹੈ, ਬੜੀ ਵਧੀਆ ਗੱਲ ਹੈ। ਪਰ ਗੁਰਬਾਣੀ ਦਾ ਸਭ ਤੋਂ ਵੱਡਾ ਸਤਿਕਾਰ ਗੁਰਬਾਣੀ ਨੂੰ ਸਮਝਣਾ ਤੇ ਗੁਰਬਾਣੀ ਦਾ ਗਿਆਨ ਲੋਕਾਂ ਤੱਕ ਪਹੁੰਚਾਉਣਾ, ਲੋਕਾਂ ਨੂੰ ਗੁਰਬਾਣੀ ਨਾਲ ਜੋੜਨਾ। ਸਤਿਗੁਰੂ ਜੀ ਕਹਿੰਦੇ ਬੜੇ ਲੋਕ ਨੇ, ਸਿੱਧ ਲੋਕ, ਜਤੀ ਲੋਕ, ਹੋਰ ਅਨੇਕ ਤਰ੍ਹਾਂ ਦੇ ਲੋਕ। ਸਾਧਕ ਸਿੱਧ ਸਗਲ ਮਨ ਲੋਚੈ, ਸਾਧਕ ਸਿੱਧ ਸਗਲ ਸਾਰੇ ਲੋਚਦੇ ਨੇ ਕਿ ਸਾਡਾ ਧਿਆਨ ਪ੍ਰਮਾਤਮਾ ਵਾਲੇ ਬੰਨੇ ਲੱਗ ਜਾਏ। ਵਿਰਲੇ ਲਾਗੇ ਧਿਆਨ, ਕਿਸੇ ਵਿਰਲੇ ਦਾ, ਭਾਗਾਂ ਵਾਲੇ ਦਾ ਧਿਆਨ ਪ੍ਰਮਾਤਮਾ ਨਾਲ ਜੁੜਦਾ। ਪਰ ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰਬਾਣੀ ਪੜ੍ਹੇਗਾ, ਜਿਹੜਾ ਸਤ ਸੰਗਤ ਵਿੱਚ ਆਏਗਾ, ਸਾਧ ਸੰਗ ਗਾਵੇਂ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ, ਜਿਹੜਾ ਸਤ ਸੰਗਤ ਰਾਹੀਂ ਗੁਰਬਾਣੀ ਰਾਹੀਂ ਪ੍ਰਮਾਤਮਾ ਦੇ ਗੁਣ ਗਾਏਗਾ, ਉਹਨੂੰ ਪੂਰਨ ਰੱਬ ਦਾ ਗਿਆਨ ਹੋ ਜਾਏਗਾ। ਇੱਥੇ ਵਿਰਲੇ ਨਹੀਂ ਕਿਹਾ, ਇੱਥੇ ਪੂਰਨ ਗਿਆਨ ਦੀ ਗੱਲ ਕੀ। ਸਾਧਕ ਸਿੱਧਾਂ 'ਚੋਂ ਕੋਈ ਵਿਰਲਾ ਜੁੜਿਆ ਹੋਏਗਾ, ਜ਼ਿਆਦਾ ਐਵੇਂ ਜ਼ਿੰਦਗੀ ਦੇ ਵਿੱਚ ਥਕੇਵਾਂ ਹੀ ਮਹਿਸੂਸ ਕਰਦੇ ਨੇ, ਅੱਕ ਜਾਂਦੇ ਨੇ, ਥੱਕ ਜਾਂਦੇ, ਹੰਕਾਰ ਨਾਲ ਭਰ ਜਾਂਦੇ ਨੇ। ਪਰ ਜਿਹੜਾ ਗੁਰਬਾਣੀ ਨਾਲ ਜੁੜੇਗਾ ਉਹਨੂੰ ਬ੍ਰਹਮ ਗਿਆਨ ਪ੍ਰਾਪਤ ਹੋਏਗਾ। ਸਤਿਗੁਰੂ ਜੀ ਕਹਿੰਦੇ ਜਿਸੇ ਕਿਰਪਾਲ ਹੋਏ ਮੇਰਾ ਸੁਆਮੀ ਪੂਰਨ ਤਾਕੋ ਕਾਮ, ਜਿਨ੍ਹਾਂ ਦੇ ਉੱਪਰ ਮੇਰਾ ਵਾਹਿਗੁਰੂ ਜੀ ਪ੍ਰਸੰਨ ਹੁੰਦਾ ਹੈ। ਸੁਆਮੀ ਦਾ ਅਰਥ ਉਹ ਪਰਮਾਤਮਾ ਪ੍ਰਭੂ ਵਾਹਿਗੁਰੂ ਜਿਨ੍ਹਾਂ ਤੇ ਪ੍ਰਸੰਨ ਹੁੰਦਾ ਹੈ, ਉਹਨਾਂ ਨੂੰ ਜ਼ਿੰਦਗੀ ਦੇ ਕਾਰਜ ਵਿੱਚ ਸਫਲਤਾ ਮਿਲਦੀ। ਤਾਕੋ ਪੂਰਨ ਤਾਕੋ ਕਾਮ, ਉਹਨਾਂ ਦੀ ਜ਼ਿੰਦਗੀ ਦਾ ਇੱਕ ਕਾਰਜ ਪੂਰਾ ਹੋ ਜਾਂਦਾ ਹੈ। ਕਿਹੜਾ ਕਾਰਜ ਪੂਰਾ? ਪਰਮਾਤਮਾ ਦਾ ਗਿਆਨ ਪ੍ਰਾਪਤ ਕਰਨ ਦਾ। ਅਸੀਂ ਧਰਤੀ ਤੇ ਆਏ ਹਾਂ, ਸਾਡੀ ਜ਼ਿੰਦਗੀ ਦਾ ਕੋਈ ਮਕਸਦ ਹੈ, ਕੱਲਾ ਕੋਈ ਅਸੀਂ ਆ ਸੰਸਾਰਕ ਦੌੜ ਭੱਜ ਹੀ ਕਰਨ ਲਈ ਨਹੀਂ ਆਏ। ਚਲੋ ਜਿਉਂਦੇ ਰਹਿਣ ਦੇ ਲਈ ਇਹ ਦੁਨੀਆ ਦੇ ਕੰਮ ਵੀ ਜ਼ਰੂਰੀ ਨੇ, ਪਰ ਸਾਡੀ ਜ਼ਿੰਦਗੀ ਦਾ ਮਕਸਦ ਕੋਈ ਪੈਸੇ ਇਕੱਠੇ ਕਰਨਾ ਨਹੀਂ ਹੈ। ਸਾਡੀ ਜ਼ਿੰਦਗੀ ਦਾ ਮਕਸਦ ਕੋਈ ਜਿਵੇਂ ਇਕੱਠੀਆਂ ਕਰਨਾ ਨਹੀਂ ਹੈ, ਕਿਉਂਕਿ ਤੇ ਨਾਲ ਹੀ ਨਹੀਂ ਜਾਂਦੀਆਂ, ਨਾ ਕੋਈ ਨਾਲ ਲੈ ਕੇ ਗਿਆ, ਨਾ ਨਾਲ ਜਾਣੀਆਂ ਨੇ। ਸਾਡੀ ਜ਼ਿੰਦਗੀ ਦਾ ਮਕਸਦ ਸੀ ਪਰਮਾਤਮਾ ਦੇ ਪਿਆਰ 'ਚ ਜੁੜਨਾ ਤੇ ਲੋਕਾਂ ਨੂੰ ਪਰਮਾਤਮਾ ਨਾਲ ਜੋੜਨਾ। ਅਜਿਹੇ ਮਨੁੱਖ ਦੀ ਕਿੰਨੀ ਵਡਿਆਈ। ਦੇਖੋ, ਗੁਰਬਾਣੀ ਪੜ੍ਹੋ, ਕਿਤੇ ਕਿਸੇ ਭੂਮੀਆਂ ਦੀ ਵਡਿਆਈ ਨਹੀਂ, ਕਿਸੇ ਰਾਜੇ ਦੀ ਵਡਿਆਈ ਨਹੀਂ, ਕਿਸੇ ਧਨਵਾਨ ਦੀ, ਕਿਸੇ ਵਿਦਵਾਨ ਦੀ ਵਡਿਆਈ ਨਹੀਂ ਹੈ। ਵਡਿਆਈ ਕਿਹਦੀ? ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪਹਿ ਅਵਰੈ ਨਾਮ ਜਪਾਵੇ। ਸਤਿਗੁਰੂ ਜੀ ਕਹਿੰਦੇ ਗੁਰਬਾਣੀ ਗਾਵਹਿ ਭਾਈ, ਉਹ ਸਫਲ ਸਦਾ ਸੁਖਦਾਈ। ਜਿਹੜੇ ਗੁਰਬਾਣੀ ਗਾਉਂਦੇ ਨੇ ਉਹ ਜ਼ਿੰਦਗੀ ਅੰਦਰ ਸਫਲ ਹੋ ਜਾਂਦੇ ਨੇ, ਉਹਨਾਂ ਦੀ ਜ਼ਿੰਦਗੀ ਸੁਖਦਾਈ ਹੋ ਜਾਂਦੀ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਸਾਡਾ ਜ਼ਿੰਦਗੀ 'ਚ ਆਉਣ ਦਾ ਮਕਸਦ ਹੈ, ਕੋਈ ਕੰਮ ਹੈ, ਉਹ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਜਿਹੜੀ ਗੱਲ ਸਤਿਗੁਰੂ ਜੀ ਨੇ ਕਹੀ ਹੈ ਨਾ ਕਿ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ,
ਉਹ ਵੱਡਾ ਕਾਰਜ ਤੇ ਸਾਡਾ ਪਰਮਾਤਮਾ ਦੇ ਪਿਆਰ 'ਚ ਜੁੜਨ ਦਾ। ਹੁਣ ਕੀ ਇੱਕ ਧਾਰਨਾ ਬਣ ਗਈ ਹੈ ਕਿ ਆਪਾਂ ਇੱਕ ਆਸ ਲਾਈ ਬੈਠੇ ਹਾਂ, ਕਈ ਤਾਂ ਪਹਿਲਾਂ ਹੀ ਪੈਸੇ ਜਮ੍ਹਾਂ ਕਰਾਉਣ ਕਿ ਮੇਰੇ ਮਰਨ ਤੋਂ ਬਾਅਦ ਪਾਠ ਇਹਨਾਂ ਪੈਸਿਆਂ ਦਾ ਕਰਾ ਦਿਓ ਕਿ ਮੈਂ ਅਵਗਤੀ ਨਾਲ ਚਲਿਆ ਜਾਵਾਂ। ਉਹ ਸੋਚਦੇ ਪਾਠ ਕਰਾਏ ਮੈਂ ਰੱਬ ਨਾਲ ਜੁੜ ਜਾਣਾ। ਪਾਠ ਕਰਨਾ ਤੇ ਚੰਗੀ ਗੱਲ ਹੈ, ਪਰ ਇਹ ਸੋਚਣਾ ਕਿ ਮੈਂ ਮਰ ਗਿਆ ਬਾਅਦ 'ਚ ਪਾਠ ਹੋ ਜਾਊਗਾ ਤੇ ਇਹਦੇ ਨਾਲ ਹੀ ਮੇਰੀ ਕੋਈ ਗਤੀ ਮੁਕਤੀ ਹੋ ਜਾਏਗੀ, ਤੇ ਕੰਮ ਹੀ ਬੜਾ ਸੌਖਾ ਹੈ। ਫਿਰ ਤੇ ਜਿਹੜਾ ਬੰਦਾ ਪਾਪ ਕਰਮ ਕਰਦਾ ਮਰ ਜਾਂਦਾ, ਪਾਠ ਕਰਾ ਦੋ ਮੁਕਤ ਹੋ ਗਿਆ, ਤੇ ਕੰਮ ਬੜਾ ਸੌਖਾ ਹੈ। ਇਹਦੇ ਨਾਲ ਮੇਰੇ ਵਰਗਿਆਂ ਦਾ ਚਲੋ ਗੁਜ਼ਾਰਾ ਵਜ਼ਾਰਾ ਚੱਲੀ ਜਾਂਦਾ ਹੈ ਇਸ ਆਸਰੇ, ਪਰ ਮੁਕਤੀ ਇਦਾਂ ਮਿਲਣੀ ਤਾਂ ਇੱਕ ਹਾਸ ਹੋ ਜਾਣੀ ਜੀ ਗੱਲ ਹੈ। ਉਹ ਤੇ ਆਪਣੇ ਹੱਥੀਂ ਆਪਣਾ ਉਹ ਮੁਕਤੀ ਆਪ ਪ੍ਰਾਪਤ ਕਰਨੀ ਪੈਣੀ ਹੈ। ਮੇਰੀ ਅਰਦਾਸ ਨਾਲ ਜਾਂ ਮੇਰੇ ਹੋਰ ਕਿਸੇ ਤਰੀਕੇ ਨਾਲ ਤੁਹਾਨੂੰ ਮੁਕਤੀ ਨਹੀਂ ਮਿਲਣੀ। ਉਹ ਤੇ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਜ਼ਿੰਦਗੀ ਅੰਦਰ ਪਰਮਾਤਮਾ ਦੇ ਪਿਆਰ ਜੋੜਨਾ ਤੇ ਆਪ ਜੋੜਨਾ ਪੈਣਾ। ਉਹ ਗਿਆਨ ਆਪ ਪ੍ਰਾਪਤ ਕਰਨਾ ਪੈਣਾ। ਉਹ ਗਿਆਨ ਸਾਡੇ ਅੰਦਰ ਹੈ। ਉਹ ਗਿਆਨ ਪ੍ਰਗਟ ਹੋਏਗਾ ਜਦੋਂ ਅਸੀਂ ਗੁਰੂ ਕੀ ਬਾਣੀ ਨਾਲ ਜੁੜਾਂਗੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਵਿਰਲੇ ਬੰਦੇ ਨੇ ਜਿਨ੍ਹਾਂ ਨੂੰ ਜ਼ਿੰਦਗੀ ਅੰਦਰ ਇਸ ਕੰਮ 'ਚ ਕਾਮਯਾਬੀ ਮਿਲੀ, ਸਫਲਤਾ ਮਿਲੀ, ਜਿਨ੍ਹਾਂ ਤੇ ਵਾਹਿਗੁਰੂ ਜੀ ਬਖਸ਼ਿਸ਼ ਕਰਦਾ ਉਹਨਾਂ ਨੂੰ ਮਿਲੀ ਹੈ। ਜਾਂ ਕਿ ਹਿਰਦੈ ਵਸੇ ਭੈ ਭੰਜਨ ਤਿਸ ਜਾਣੈ ਸਗਲ ਜਹਾਨ। बड़े बड़े सिद्ध लोग होए ने, जोगी होए ने, तपस्वी होए ने, और अनेक तरह के तीर्थ इशनान करने वाले, दान पुण्य करने वाले होए ने, पर उन्होंने सारी दुनिया जानती नहीं है। सारी दुनिया नहीं उन्होंने जानती, पर जो परमात्मा के प्यार च जुड़ जाता है। गुरबाणी कहती जिस नीच को कोई ना जाने नाम जपत ओ चौं कुंट माने। जेड़ा बंदा होंदा ना जिन्हों कहते गरीब जे है, नीवा जे है, उदाहरण दी बाबा नामदेव साहब जी दी, बाबा सैन जी, बाबा कबीर जी, बाबा रविदास साहब जी, वो किरती सन, किरत के उपर भरोसा रखने वाले सन। ते साडे ऐस अखौती समाज ने इहो जी एक वंड कीती सी कि किरतियां नूं हमेशा ही उन्हें नीवें दस्सिया। किरतियां नूं शूद्र किया गया, किरतियां नूं वेलड़ां दी पूजा ते किरतियां नूं शूद्र। किन्ना अन्याय है। अज भी उही है। वेलड़ां नूं असीं हार पाउने आ, वेलड़ां दे मगर भीड़ां तुरीआं फिरदियां ने, ते किरती बंदा जिहड़ा सच्ची सुच्ची किरत करके आप भी ते होरनां नूं भी पालदा है, कदी उहदी पूजा हुंदी देखी तुसीं? जिस समाज विच किरती नूं नहीं सन्मानिया जांदा, जिस समाज विच किरती दा सत्कार नहीं है, वो समाज कदी भी खुशहाल नहीं हो सकदा, कदी भी नहीं हो सकदा। इस करके सतगुरु जी ने किरतियां नूं मान दिता। सो मैं बेनती कर रहा कि जिन्हां नूं नीवें किया जांदा सी, वाहिगुरू जी दे प्यार च जुड़े ते उन्हां दी वडियाई प्रगट होगी। भगत भगत जग वजे आ, दुनिया भगत भगत कह के बाबा रविदास साहब जी कहते ने कि अब विपर प्रधान ते कर हैं डंडाउत। वडे वडे पंडित जिहड़े ना प्रधान पंडित वो भी नमस्कार करते हो, कादे करके? नाम नाल जुड़न करके, परमात्मा दे प्यार जुड़न करके। सतगुरु जी कहते जा के हृदय वसे भै भंजन। जिस मनुख दे हिरदे च भै दा अर्थ हुंदा डर, भंजन दा अर्थ हुंदा कट्टण वाला। वो डरां नूं कट्टण वाला वाहिगुरू जी इस मनुख दे हिरदे च वस जांदा है। ते जाने सगल जहान, उन्हों ते सारी दुनिया जानन लग पैंदी है। हुण वो परमात्मा किहदे हिरदे च वसदा है? जिहड़ा गुरबाणी गुरु शब्द नाल जुड़ेगा, गुरु की मत नाल जुड़ेगा। इस करके सतगुरु जी कहंदे ने जिहदे अंदर गुरबाणी वस गई उहदे अंदर परमात्मा वस गया, ते जिहदे अंदर परमात्मा वस गया वो की होएगा? निरभव हो जाएगा, निर्वैर हो जाएगा। हुण जिहड़ा निरभव होएगा ना, वो हमेशा ही समाज के अंदर सच की गल करेगा। वो गरीबां दी, दुखियां दी बांह फड़ेगा, निरभव हो के विचरेगा, उन्होंने किसी की कोई परवाह नहीं है। तो इहो जिहे बंदे नूं ते दुनिया झट ही जान लग पैंदी जिहदे हिरदे च गुरु की ये गल वस जाए। इस करके सतगुरु जी कहंदे सारी दुनिया उन्होंने जानती है। खिन पल बिसर नहीं मेरे करते, इहो नानक मांगे दान। हे परम पिता वाहिगुरू जीओ, आप जी दे चरणों च मेरी अरदास है कि तुसी मैनू एक खिन भर समय लिए भी विसरो ना। मैं तुहाडे पासों ये दान मंगदा कि कदी ना विसरो। ते ना विसरन दा इको एक साधन है कि मेरा गुरबाणी नाल प्यार बनिया रहे। गल सतगुरु जी ने शुरू की सी, पोथी परमेश्वर का थान। परमात्मा नूं मिलण दा जिहड़ा थां है वह है पोथी, भाव गुरबाणी। गुरु ग्रंथ साहिब जी महाराज जिन्होंने असी सत्कार करके पूजते सन्मानते हैं। परमात्मा नूं मिलण दा रस्ता है गुरबाणी, शब्द, गुरु का उपदेश।
सतगुरु जी कहते ਜਿਹੜੇ ਗੁਰਬਾਣੀ ਨਾਲ ਜੁੜ ਗਏ, ਗੁਰਬਾਣੀ ਰਾਹੀਂ ਜਿਹੜੇ ਪ੍ਰਮਾਤਮਾ ਦੇ ਗੁਣ ਗਾਉਂਦੇ ਨੇ ਉਹਨਾਂ ਨੂੰ ਬ੍ਰਹਮ ਗਿਆਨ ਪ੍ਰਾਪਤ ਹੁੰਦਾ ਹੈ। ਗੁਰਸਿੱਖ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹਦਾ ਹੈ ਉਹਨੂੰ ਕਿਤੇ ਭਟਕਣ ਦੀ ਲੋੜ ਨਹੀਂ। ਆ ਜਿਹੜੇ ਥਾਂ ਥਾਂ ਤੇ ਅੱਡੇ ਨਹੀਂ ਬੜੇ ਜੁਗਤੀਆਂ ਦੱਸਣ ਵਾਲੇ, ਸਿੱਖ ਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ। ਸਿੱਖ ਦਾ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੇ ਨਾਮ ਵਿੱਚ ਸੁਰਤ ਜੋੜਨ ਦੇ ਲਈ ਕਿੰਨੇ ਕਿੰਨੇ ਪਿਆਰੇ ਬਚਨ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਨੇ। ਆ ਬਾਹਰਲੀਆਂ ਜੁਗਤੀਆਂ ਨੂੰ, ਵਿਧੀਆਂ ਨੂੰ ਤੇ ਸਤਿਗੁਰੂ ਜੀ ਨੇ ਵੈਸੇ ਰਿਜੈਕਟ ਕਰ ਦਿੱਤਾ। ਗੁਰਬਾਣੀ ਦੇ ਕਿੰਨੇ ਪਿਆਰੇ ਬਚਨ, ਪਿਆਰੇ ਇਨ ਵਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ। ਇਹਨਾਂ ਵਿਧੀਆਂ ਦੇ ਰਾਹੀਂ ਜਿਹੜੀਆਂ ਲੋਕ ਦੱਸਦੇ ਨੇ ਕਿ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਜ ਨਾਸਿਓ ਸੰਗ ਨਾ ਛੁਟਕਿਓ, ਅਦਕ ਬੁੱਧ ਬਾਧੇ। ਹੋਰ ਬੜੀਆਂ ਵਿਧੀਆਂ ਨੇ ਜਗਤ ਵਿੱਚ। ਸਤਿਗੁਰੂ ਜੀ ਕਹਿੰਦੇ ਨੇ ਇਹਨਾਂ ਵਿਧੀਆਂ ਰਾਹੀਂ ਰੱਬ ਨੂੰ ਨਹੀਂ ਮਿਲਿਆ ਜਾਣਾ। ਰੱਬ ਨੂੰ ਮਿਲਣ ਦਾ ਤਰੀਕਾ ਹੈ ਗੁਰੂ ਕਾ ਪਿਆਰ, ਗੁਰੂ ਕੀ ਬਖਸ਼ਿਸ਼, ਗੁਰੂ ਕਾ ਸ਼ਬਦ ਸਾਡੇ ਹਿਰਦੇ ਵਿੱਚ ਵਸ ਜਾਏ। ਜਿਉਂ-ਜਿਉਂ ਗੁਰਬਾਣੀ ਨਾਲ ਪਿਆਰ ਬਣੇਗਾ, ਜਿਉਂ-ਜਿਉਂ ਗੁਰਬਾਣੀ ਦਾ ਉਪਦੇਸ਼ ਸਾਡੇ ਜੀਵਨ ਵਿੱਚ ਵਸੇਗਾ, ਤਿਉਂ-ਤਿਉਂ ਸਮਝੋ ਸਾਡੀ ਰੱਬ ਦੇ ਨਾਲ ਨੇੜਤਾ ਬਣਦੀ ਜਾਏਗੀ। ਜਿਉਂ-ਜਿਉਂ ਗੁਰਬਾਣੀ ਮਿੱਠੀ ਲੱਗੇਗੀ, ਪਿਆਰੀ ਲੱਗੇਗੀ, ਜਿਉਂ-ਜਿਉਂ ਗੁਰਬਾਣੀ ਨੂੰ ਅਸੀਂ ਚਾਅ ਦੇ ਨਾਲ ਪੜ੍ਹਾਂਗੇ, ਤਿਉਂ-ਤਿਉਂ ਸਾਡਾ ਮਨ ਜਾਗਰਤ ਹੁੰਦਾ ਜਾਏਗਾ। ਗੁਰੂ ਹਰਿ ਰਾਏ ਸਾਹਿਬ ਜੀ ਨੇ ਇੱਕ ਗੱਲ ਕਹੀ ਸੀ, ਮਨ ਜਾਗੇ ਕੀ ਇਹ ਨਿਸ਼ਾਨੀ, ਜੋ ਉਰ ਲਾਗੈ ਮਿੱਠੀ ਬਾਣੀ। ਜਾਗੇ ਮਨ ਦੀ ਪਹਿਚਾਣ ਇਹ ਹੈ ਕਿ ਮਨੁੱਖ ਨੂੰ ਬਾਣੀ ਮਿੱਠੀ ਲੱਗਦੀ ਹੈ, ਬਾਣੀ ਪਿਆਰੀ ਲੱਗਦੀ ਹੈ। ਗੁਰਬਾਣੀ ਹੈ ਹੀ ਮਿੱਠੀ ਹੈ, ਪਰ ਸਾਨੂੰ ਸਾਰਿਆਂ ਨੂੰ ਮਿੱਠੀ ਥੋੜ੍ਹੋ ਲੱਗਦੀ ਹੈ। ਦੇਖੋ ਨਾ, ਦੁਨਿਆਵੀ ਗੱਲਾਂ ਕਰਨੀਆਂ ਹੋਣ ਮਨ ਥੱਕਦਾ ਹੀ ਨਹੀਂ ਹੈ, ਮਨ ਅੱਕਦਾ ਹੀ ਨਹੀਂ ਹੈ। ਤੇ ਜਿੱਥੇ ਕਿਤੇ ਗੁਰਬਾਣੀ ਦੀ ਗੱਲ ਹੋਏ ਉੱਥੇ ਮਨ ਲੱਗਦਾ ਹੀ ਨਹੀਂ, ਮਨ ਉਦਾਸ ਹੋ ਜਾਂਦਾ। ਜ਼ਿਆਦਾਤਰ ਆਪਾਂ ਦੇਖਦੇ ਹਾਂ। ਸਤਿਗੁਰੂ ਜੀ ਕਹਿੰਦੇ ਜਿਹਨੂੰ ਗੁਰਬਾਣੀ ਮਿੱਠੀ ਲੱਗਣ ਲੱਗ ਪਈ, ਸਮਝੋ ਉਹਦਾ ਮਨ ਜਾਗ ਪਿਆ, ਉਹਦੇ ਤੇ ਰੱਬ ਦੀ ਬਖਸ਼ਿਸ਼ ਹੋ ਗਈ ਹੈ। ਮਨ ਨੂੰ ਜਗਾਉਣ ਦਾ ਤਰੀਕਾ ਇਹ ਹੈ, ਵਾਰ-ਵਾਰ ਬਾਣੀ ਪੜ੍ਹੀਏ, ਬਾਣੀ ਨੂੰ ਸਮਝੀਏ। ਇੱਕ ਹੁੰਦਾ ਬਾਣੀ ਨੂੰ ਪੜ੍ਹਨਾ, ਇੱਕ ਹੁੰਦਾ ਬਾਣੀ ਨੂੰ ਸੁਣਨਾ, ਇੱਕ ਹੁੰਦਾ ਬਾਣੀ ਬਣ ਜਾਣਾ। ਬਾਣੀ ਨੂੰ ਪੜ੍ਹਦੇ ਤੇ ਆਪਾਂ ਸਾਰੇ ਹੀ ਹਾਂ। ਵਾਹਿਗੁਰੂ ਮਿਹਰ ਕਰੇ ਸੁਣਨ ਵੀ ਲੱਗ ਜਾਈਏ, ਭਾਵ ਜੋ ਗੁਰਬਾਣੀ ਕਹਿੰਦੀ ਉਸ ਉਪਦੇਸ਼ ਨੂੰ ਵਿਚਾਰਨ ਲੱਗ ਜਾਈਏ। ਜੋ ਅਸੀਂ ਪੜ੍ਹਦੇ ਹਾਂ ਉਹ ਸਾਨੂੰ ਸਮਝ ਹੋਣਾ ਸ਼ੁਰੂ ਹੋ ਜਾਏ, ਔਰ ਉਦੋਂ ਬਾਅਦ ਗੁਰਬਾਣੀ ਬਣ ਜਾਣਾ, ਭਾਵ ਜੋ ਗੁਰਬਾਣੀ ਕਹਿੰਦੀ ਹੈ ਸਾਡੀ ਜ਼ਿੰਦਗੀ ਦੇ ਅਮਲ ਉਹੋ ਜਿਹੇ ਬਣ ਜਾਣ। ਜੇ ਗੁਰੂ ਕੀ ਬਾਣੀ ਦੇ ਬਚਨ ਪੜ੍ਹਦੇ ਨੇ ਕਿ ਪਰ ਕਾ ਬੁਰਾ ਨਾ ਰਾਖੋ ਚੀਤ, ਤੇ ਸਾਡੇ ਅੰਦਰ ਕਦੀ ਕਿਸੇ ਦੀ ਬੁਰਾਈ ਨਾ ਆਵੇ, ਇਹ ਹੈ ਗੁਰਬਾਣੀ ਬਣਨਾ। ਜੇ ਗੁਰੂ ਕੀ ਬਾਣੀ ਕਹਿੰਦੀ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਤੇ ਅਸੀਂ ਵੀ ਕਿਸੇ ਦਾ ਹੱਕ ਨਾ ਮਾਰੀਏ, ਕਿਸੇ ਦੇ ਨਾਲ ਹੇਰਾ ਫੇਰੀ ਨਾ ਕਰੀਏ, ਕਦੀ ਕਿਸੇ ਦਾ ਦਿਲ ਨਾ ਦਿਖਾਈਏ, ਇਹ ਹੈ ਗੁਰਬਾਣੀ ਬਣਨਾ। ਹੁਣ ਜਦੋਂ ਅਸੀਂ ਗੁਰਬਾਣੀ ਪੜ੍ਹ ਗਏ, ਆਪਣੀ ਕਿਰਤ ਕਰਨ ਲੱਗ ਪਏ, ਇਸ ਭਲੇ ਦੀ, ਸਰਬੱਤ ਦੇ ਭਲੇ ਦੀ ਗੱਲ ਕਰਨ ਲੱਗ ਪਏ, ਨਾ ਕੋ ਬੈਰੀ ਨਹੀਂ ਬੇਗਾਨੀ ਵਾਲੀ ਬਿਰਤੀ ਬਣ ਗਈ, ਫਿਰ ਆਪੇ ਹੀ ਦੁਨੀਆ ਸਤਿਕਾਰ ਦਿੰਦੀ ਹੈ, ਮਾਣ ਦਿੰਦੀ ਹੈ, ਵਡਿਆਈ ਦਿੰਦੀ ਹੈ। ਸਤਿਗੁਰੂ ਜੀ ਦੀ ਬਾਣੀ ਕਹਿੰਦੀ ਸੱਚੇ ਮਾਰਗ ਚੱਲਦਿਆਂ ਉਸਤਤ ਕਰੈ ਜਹਾਨ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਿ ਇਹ ਗੁਰਬਾਣੀ ਪਰਮੇਸ਼ਰ ਨੂੰ ਮਿਲਣ ਦਾ ਥਾਂ ਹੈ। ਜਿਹੜੇ ਗੁਰਬਾਣੀ ਰਾਹੀਂ, ਸਤ ਸੰਗਤ ਰਾਹੀਂ ਪਰਮਾਤਮਾ ਦੇ ਗੁਣ ਗਾਉਂਦੇ ਨੇ, ਉਹ ਪੂਰਨ ਬ੍ਰਹਮ ਗਿਆਨ ਪ੍ਰਾਪਤ ਕਰ ਲੈਂਦੇ ਨੇ। ਭਾਵੇਂ ਬੜੇ ਸਿੱਧ ਜੋਗੀ ਹੋਰ ਅਨੇਕ ਤਰ੍ਹਾਂ ਦੇ ਜਪੀ ਤਪੀ ਲੱਗੇ ਨੇ ਯਤਨ ਕਰਨ ਦੇ ਲਈ ਕਿ ਸਾਡਾ ਧਿਆਨ ਲੱਗ ਜਾਏ, ਧਿਆਨ ਜੁੜ ਜਾਏ। ਜਦੋਂ ਦੇਖੋ ਮਨੁੱਖ ਦਾ ਧਿਆਨ ਜੁੜ ਜਾਏ ਨਾ ਪਰਮਾਤਮਾ ਦੇ ਵਿੱਚ, ਉਹਨੂੰ ਤੇ ਫਿਰ ਸਾਰੇ ਪਾਸੇ ਪਰਮਾਤਮਾ ਹੀ ਨਜ਼ਰ ਆਉਂਦਾ। ਹੁਣ ਜਿਹੜੇ ਇਹ ਦਾਅਵਾ ਕਰਦੇ ਨੇ ਕਿ ਸਾਡਾ ਧਿਆਨ ਜੁੜ ਗਿਆ ਹੈ, ਜਿੱਥੇ ਧਿਆਨ ਜੁੜ ਜਾਏ ਉੱਥੇ ਤੇ ਹੰਕਾਰ ਨਹੀਂ ਰਹਿੰਦਾ। ਜਿੱਥੇ ਧਿਆਨ ਜੁੜ ਜਾਏ ਉੱਥੇ ਤੇ ਕਿਸੇ ਤਰ੍ਹਾਂ ਦੀ ਹਉਮੈ ਰਹਿੰਦੀ ਨਹੀਂ ਹੈ। ਪਰ ਜੇ ਕਿਸੇ ਨੂੰ ਧਿਆਨ ਜੁੜਨ ਦਾ ਵੀ ਹੰਕਾਰ ਹੈ, ਇਹਦਾ ਮਤਲਬ ਕਿ ਉਹ ਧਿਆਨ ਰੱਬ ਵਾਲੇ ਬੰਨੇ ਨਹੀਂ ਜੁੜਿਆ, ਹੋਰ ਕਿਸੇ ਬੰਨੇ ਜੁੜ ਗਿਆ ਹੋਏਗਾ। ਰੱਬ ਵਾਲੇ ਬੰਨੇ ਜੁੜ ਕੇ ਤੇ ਬੰਦਾ ਰੱਬ ਹੀ ਬਣ ਜਾਂਦਾ ਹੈ। ਜੈਸਾ ਸੇਵੇ ਤੈਸੋ ਹੋਏ, ਜਿਹੋ ਜੇ ਆਪਣੇ ਇਸ਼ਟ ਨਾਲ ਜੁੜੇਗਾ ਉਹ ਜਿਹਾ ਬਣ ਜਾਏਗਾ। ਗੁਰਬਾਣੀ ਨਿਰੋਲ ਬ੍ਰਹਮ ਗਿਆਨ ਦਿੰਦੀ ਹੈ, ਬ੍ਰਹਮ ਵਿੱਚ ਲਿਵਲੀਨ ਕਰਦੀ ਹੈ। ਇਸ ਕਰਕੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਵਾਰੰਵਾਰ ਗੁਰਬਾਣੀ ਨਾਲ ਜੁੜਨ ਦੀ ਗੱਲ ਕਹੀ ਹੈ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਪਵਿੱਤਰ ਬਚਨ ਕਿ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ ਜਿਨ ਕਹੋ ਨਦਰ ਕਰਮ ਹੋਏ। ਦੇਖੋ ਬਾਣੀਆਂ ਹੋਰ ਵੀ ਬੜੀਆਂ ਹੋਣਗੀਆਂ ਧਰਤੀ ਦੇ ਉੱਪਰ, ਬੜੇ ਨੇ ਜਿਨ੍ਹਾਂ ਨੇ ਦੇਖਾ ਦੇਖੀ ਗ੍ਰੰਥ ਬਣਾ ਲਏ। ਸਤਿਗੁਰੂ ਜੀ ਦੀ ਰੀਸ ਵਿੱਚ ਮਿਹਰਬਾਨ ਨੇ ਗ੍ਰੰਥ ਬਣਾ ਲਿਆ। ਹੁਣ ਤੇ ਸਾਡੇ ਦੁਆਲੇ ਕਈ ਤੁਰੇ ਫਿਰਦੇ ਨੇ।
ਨਿਰੰਕਾਰੀਆਂ ਨੇ ਅਵਤਾਰ ਬਾਣੀ ਬਣਾ ਲਈ, ਕਈ ਹੋਰ ਬੈਠੇ ਲਿਖੀ ਚਲੇ ਜਾਂਦੇ ਨੇ ਕਿ ਸ਼ਾਇਦ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰਤਾ ਕਰ ਲਵਾਂਗੇ। ਇਹ ਤੇ ਇਵੇਂ ਹੀ ਹੈ ਜਿਵੇਂ ਕੋਈ ਨਾ ਆਮ ਚਮਚੜਕ ਜੀ ਸੂਰਜ ਵੱਲ ਨੂੰ ਸੋਚੇ ਕਿ ਉੱਥੇ ਤੇ ਪਹੁੰਚ ਜਾਵਾਂਗੇ। ਇਹ ਸਤਿਗੁਰੂ ਜੀ ਕਹਿੰਦੇ ਗੁਰਬਾਣੀ ਬਾਣੀਆਂ ਸਿਰ ਬਾਣੀ ਹੈ। ਜਿਹੜਾ ਗੁਰਬਾਣੀ ਨਾਲ ਪਿਆਰ ਪਾਏਗਾ, ਸਤਿਗੁਰੂ ਜੀ ਕਹਿੰਦੇ ਨੇ ਉਹਦੇ ਅੰਦਰ ਪਰਮਾਤਮਾ ਦਾ ਧਿਆਨ ਵਸੇਗਾ, ਪਰਮਾਤਮਾ ਦਾ ਗਿਆਨ ਵਸੇਗਾ। ਬਾਕੀ ਜਿਹੜੇ ਧਰਤੀ 'ਚ ਲੋਚਦੇ ਸਾਰੇ ਨੇ ਕਿ ਪਰਮਾਤਮਾ ਦਾ ਗਿਆਨ ਮਿਲਦਾ ਹੈ, ਪਰ ਪਰਮਾਤਮਾ ਦਾ ਗਿਆਨ ਉਹਨੂੰ ਮਿਲਦਾ ਹੈ ਜਿੱਥੇ ਰੱਬ ਦੀ ਬਖਸ਼ਿਸ਼ ਹੁੰਦੀ, ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਰੱਬ ਦੀ ਬਖਸ਼ਿਸ਼ ਤੋਂ ਪਹਿਲਾਂ ਗੁਰੂ ਕੇ ਬਚਨਾਂ ਅਨੁਸਾਰ ਜਿਉਣਾ ਪਏਗਾ। ਗੁਰਬਾਣੀ ਸਾਡੀ ਜ਼ਿੰਦਗੀ ਨੂੰ ਸਵਾਰਦੀ ਹੈ। ਬਾਬਾ ਕਬੀਰ ਫਰੀਦ ਸਾਹਿਬ ਜੀ ਨੇ ਇੱਕ ਬਚਨ ਕਿਹਾ ਹੈ ਕਿ ਪਰਮਾਤਮਾ ਨੇ ਇੱਕ ਗੱਲ ਕਹੀ ਕਿ ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹਿ, ਸਭ ਜਗ ਤੇਰਾ ਹੋਏ। ਕਿ ਜੇ ਤੂੰ ਮੈਨੂੰ ਮਿਲਣਾ ਤੇ ਘਰ ਛੱਡਣ ਦੀ ਲੋੜ ਨਹੀਂ ਹੈ, ਕਿਤੇ ਇੱਧਰ ਉੱਧਰ ਭੇਖ ਕਰਨ ਦੀ ਲੋੜ ਨਹੀਂ, ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ, ਆਪਣੇ ਆਪ ਨੂੰ ਸਵਾਰਨ ਦੀ ਲੋੜ ਹੈ। ਆਪਣੇ ਆਪ ਨੂੰ ਸਵਾਰ ਲੈ, ਤੂੰ ਮੈਨੂੰ ਮਿਲ ਪਏਗਾ, ਮੈਨੂੰ ਮਿਲ ਪਏਗਾ, ਸਾਰੀ ਦੁਨੀਆ ਤੇਰੀ ਬਣ ਜਾਏਗੀ। ਹੁਣ ਉਹ ਆਪਣੇ ਆਪ ਨੂੰ ਸਵਾਰਨਾ ਕਿਵੇਂ? ਕਬਰਾਂ ਤੇ ਥੋੜੋ ਜਾ ਕੇ ਸਵਾਰ ਲਾਂਗੇ ਆਪਣੇ ਆਪ ਨੂੰ। ਉੱਥੇ ਤੇ ਆਪਾਂ ਦੇਖਦੇ ਹਾਂ ਵਿਗਾੜਨ ਦੀ ਗੱਲ ਤੇ ਹੈ। ਆ ਨਸ਼ੇ ਕਿੱਥੋਂ ਪ੍ਰਚਲਿਤ ਹੁੰਦੇ ਨੇ? ਜਿਹੜੇ ਆਪ ਨਸ਼ੇ ਪੀਂਦੇ ਉਹ ਤੁਹਾਨੂੰ ਨਸ਼ਿਆਂ ਤੋਂ ਬਚਾ ਲੈਣਗੇ ਕਿਤੇ? ਜ਼ਿਆਦਾਤਰ ਕਬਰਾਂ ਵਾਲੇ ਚਿਲਮਾਂ ਹੀ ਪੀਂਦੇ ਨੇ, ਤੰਬਾਕੂ ਪੀਂਦੇ ਨੇ, ਹੋਰ ਨਸ਼ੇ ਕਰਦੇ ਨੇ, ਉਹ ਤੁਹਾਨੂੰ ਕਿੱਥੋਂ ਹਟਾ ਦੇਣਗੇ? ਨਸ਼ਿਆਂ ਦਾ ਪ੍ਰਚਾਰ ਬਹੁਤਾ ਅਖੌਤੀ ਧਾਰਮਿਕ ਲੋਕਾਂ ਨੇ ਕੀਤਾ। ਜਿਹੜੇ ਕਹਿੰਦੇ ਜੀ ਸ਼ਰਾਬ ਪੀ ਕੇ ਸਮਾਧੀ ਬੜੀ ਲੱਗਦੀ ਹੈ, ਉਹ ਸ਼ਰਾਬ ਦਾ ਹੀ ਪ੍ਰਚਾਰ ਕਰਨਗੇ। ਜਿਹੜੇ ਕਹਿੰਦੇ ਭੰਗ ਪੀ ਕੇ ਬੜੀ ਸਮਾਧੀ ਲੱਗਦੀ, ਉਹ ਭੰਗ ਦਾ ਪ੍ਰਚਾਰ ਕਰਨਗੇ। ਜਿਹੜੇ ਕਹਿੰਦੇ ਤੰਬਾਕੂ ਪੀ ਕੇ ਸਮਾਧੀ ਲੱਗਦੀ, ਉਹ ਤੰਬਾਕੂ ਹੀ ਕਬਰਾਂ ਤੋਂ ਪ੍ਰਚਾਰਨਗੇ, ਹੋਰ ਕੀ ਪ੍ਰਚਾਰਨਗੇ? ਗੁਰਬਾਣੀ ਆਪਣੇ ਆਪ ਨੂੰ ਸਵਾਰਨ ਦੀ ਗੱਲ ਕਰਦੀ ਹੈ। ਗੁਰਬਾਣੀ ਨੇ ਵਾਹਿਗੁਰੂ ਜੀ ਦੇ ਪਿਆਰ ਜੁੜਨ ਦੇ ਲਈ ਕੇਵਲ ਇਹ ਗੱਲ ਨਹੀਂ ਕਹੀ ਕਿ ਤੁਸੀਂ ਘਰ ਛੱਡ ਕੇ ਬਾਹਰ ਬੈਠੋਗੇ ਜਾਂ ਏਦਾਂ ਅੱਖਾਂ ਮੀਟੋਗੇ ਤਾਂ ਧਿਆਨ ਜੁੜੇਗਾ। ਗੁਰਬਾਣੀ ਨੇ ਸਾਨੂੰ ਸਰੀਰਕ ਤੌਰ ਤੇ, ਗੁਰਬਾਣੀ ਨੇ ਸਾਨੂੰ ਆਰਥਿਕ ਤੌਰ ਤੇ, ਗੁਰਬਾਣੀ ਨੇ ਸਾਨੂੰ ਮਾਨਸਿਕ ਤੌਰ ਤੇ, ਗੁਰਬਾਣੀ ਨੇ ਸਾਨੂੰ ਸਮਾਜਿਕ ਤੌਰ ਤੇ, ਹਰ ਪੱਖ ਤੋਂ ਸਾਨੂੰ ਤੰਦਰੁਸਤ ਹੋ ਕੇ ਰੱਬ ਦੇ ਪਿਆਰ ਜੁੜਨ ਦੀ ਗੱਲ ਕਹੀ ਹੈ। ਜੇ ਸਾਡਾ ਸਮਾਜ ਹੀ ਡੁੱਬ ਰਿਹਾ ਤੇ ਮੈਂ ਅੱਖਾਂ ਮੀਟ ਕੇ ਬੈਠਾ ਰਵਾਂ, ਮੈਂ ਕਿਵੇਂ ਰੱਬ ਦੇ ਪਿਆਰ ਜੁੜ ਜਾਵਾਂਗਾ? ਜੇ ਸਾਡਾ ਸਮਾਜ ਹੀ ਔਗਣਾਂ ਨਾਲ ਭਰ ਗਿਆ ਹੈ ਤੇ ਮੇਰੀ ਬੰਦਗੀ, ਮੇਰੀ ਭਗਤੀ ਕਿਸ ਅਰਥ ਹੈ? ਜਿਹੜਾ ਰੱਬ ਦਾ ਪਿਆਰ ਹੈ ਨਾ, ਉਹ ਸਮਾਜ ਦੀ ਇਸ ਦੁਰਦਸ਼ਾ ਨੂੰ ਦੇਖ ਕੇ ਚੁੱਪ ਕਰਕੇ ਬੈਠ ਹੀ ਨਹੀਂ ਸਕਦਾ। ਬਾਬਾ ਨਾਨਕ ਜੀ ਜਿਹੜੇ ਸਨ, ਉਹਨਾਂ ਦੇਖਿਆ ਕਿ ਦੁਨੀਆ ਤੇ ਸੜ ਰਹੀ ਹੈ, ਬਰਬਾਦ ਹੋ ਰਹੀ ਹੈ। ਬਾਬਾ ਜੀ ਨਹੀਂ ਟਿਕ ਕੇ ਬੈਠ ਸਕੇ। ਜਿਸ ਵੀ ਗੁਰੂ ਸਾਹਿਬ ਦਾ ਇਤਿਹਾਸ ਪੜ੍ਹ ਲਓ, ਭਗਤ ਜਨਾਂ ਦਾ ਇਤਿਹਾਸ ਪੜ੍ਹ ਲਓ, ਭਗਤ ਜਨਾਂ ਦੀ ਜ਼ਿੰਦਗੀ 'ਚ ਦੁੱਖ ਕਿੱਥੋਂ ਆਏ? ਉਹਨਾਂ ਦੇਖਿਆ ਸਮਾਜ ਵਿੱਚ ਪਖੰਡ ਪਸਰਿਆ ਹੋਇਆ ਹੈ, ਕਰਮਕਾਂਡ ਪਸਰੇ ਨੇ, ਮਨੁੱਖ ਨੂੰ ਲੁੱਟਿਆ ਜਾ ਰਿਹਾ ਹੈ। ਉਸ ਲੁੱਟ ਦੇ ਨਾਂ ਤੇ ਬਾਬਾ ਫਰੀਦ ਸਾਹਿਬ, ਬਾਬਾ ਰਵਿਦਾਸ ਸਾਹਿਬ ਜੀ, ਬਾਬਾ ਕਬੀਰ ਸਾਹਿਬ ਜੀ, ਬਾਬਾ ਨਾਮਦੇਵ ਜੀ, ਇਹਨਾਂ ਨੇ ਬੜੀ ਤਗੜੀ ਆਵਾਜ਼ ਬੁਲੰਦ ਕੀਤੀ ਲੋਕਾਂ 'ਚ ਜਾਗਰੂਕਤਾ ਪੈਦਾ ਕਰਨ ਦੇ ਲਈ, ਇਨਕਲਾਬ ਖੜਾ ਕਰ ਦਿੱਤਾ। ਤੇ ਇਨਕਲਾਬੀਆਂ ਨੂੰ ਹਮੇਸ਼ਾ ਆਪਾਂ ਦੇਖਦੇ ਫਾਇਲ ਲਾਇਆ ਜਾਂਦਾ, ਮਾਰਿਆ ਜਾਂਦਾ। ਇਨਕਲਾਬੀਆਂ ਨੂੰ ਕਦੀ ਫੁੱਲਾਂ ਦੀ ਵਰਖਾ ਹੁੰਦੀ ਦੇਖੀ ਇਨਕਲਾਬੀਆਂ ਦੇ ਉੱਪਰ? ਜਿਹੜਾ ਇਸ ਧਰਤੀ ਤੇ ਇਨਕਲਾਬ ਦੀ ਗੱਲ ਕਰੇਗਾ, ਇਹ ਝੂਠ ਦੇ ਪੁਜਾਰੀ ਉਹਨੂੰ ਮਾਰਨਗੇ, ਮਾਰਨਗੇ। ਇਸ ਤਰ੍ਹਾਂ ਭਗਤ ਜਨਾਂ ਦੀ ਵਿਰੋਧਤਾ ਹੋਈ, ਗੁਰੂ ਸਾਹਿਬਾਨ ਦੀ ਵਿਰੋਧਤਾ ਹੋਈ। ਗੁਰੂ ਸਾਹਿਬਾਨ ਦੀ ਵਿਰੋਧਤਾ ਦਾ ਵੀ ਇਹੀ ਕਾਰਨ ਹੈ ਕਿ ਉਹ ਲੋਕਾਂ ਦੇ ਵਿੱਚ ਜਾਗ੍ਰਿਤੀ ਪੈਦਾ ਕਰਦੇ ਸਨ, ਗੁਰਬਾਣੀ ਦੇ ਰਾਹੀਂ ਸੋਝੀ ਪੈਦਾ ਕਰਦੇ ਸਨ। ਤੇ ਗੁਰਬਾਣੀ ਦੀ ਵਿਰੋਧਤਾ ਦਾ ਕਾਰਨ ਕੀ ਹੈ? ਹੋਰ ਵੀ ਧਰਮ ਗ੍ਰੰਥ ਬੜੇ ਨੇ, ਕਦੀ ਤੁਸੀਂ ਹੋਰ ਧਰਮ ਗ੍ਰੰਥ ਦੀ ਦੁਰਦਸ਼ਾ ਦੇਖੀ ਕਦੀ? ਗੁਰਬਾਣੀ ਦੀ ਵਿਰੋਧਤਾ ਦਾ ਕਾਰਨ ਕਿ ਗੁਰਬਾਣੀ ਗਿਆਨ ਪੈਦਾ ਕਰਦੀ ਹੈ, ਗੁਰਬਾਣੀ ਸੋਝੀ ਪੈਦਾ ਕਰਦੀ ਹੈ। ਗੁਰਬਾਣੀ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਅਧਿਕਾਰ ਕੀ ਨੇ ਉਹਦੇ ਤੋਂ ਜਾਣੂ ਕਰਾਉਂਦੀ ਹੈ। ਤੁਹਾਡੀ ਜ਼ਿੰਦਗੀ ਦੀ ਵੈਲਿਊ ਕੀ ਹੈ, ਤੁਹਾਡੇ ਅੰਦਰ ਪੋਸਿਬਿਲਿਟੀ ਕੀ ਹੈ, ਤੁਹਾਡੀ ਸਮਰੱਥਾ ਕੀ ਹੈ, ਗੁਰਬਾਣੀ ਇਹ ਤੁਹਾਨੂੰ ਸੋਝੀ ਦਿੰਦੀ ਹੈ। ਤੇ ਸਮਾਜ ਵਿੱਚ ਕੁਝ ਧਿਰਾਂ ਉਹ ਨੇ ਜਿਹੜੀਆਂ ਕਦੀ ਨਹੀਂ ਚਾਹੁੰਦੀਆਂ ਕਿ ਤੁਹਾਨੂੰ ਪਤਾ ਲੱਗੇ ਤੁਹਾਡੀ ਵੈਲਿਊ ਕੀ ਹੈ, ਤੁਹਾਡੀ ਪੋਸਿਬਿਲਿਟੀ ਕੀ, ਕਦੀ ਨਹੀਂ ਚਾਹੁੰਦੇ। ਜੇ ਤੁਹਾਨੂੰ ਪਤਾ ਲੱਗ ਗਿਆ ਤੁਹਾਡੀ ਵੈਲਿਊ ਦਾ, ਤਾਂ ਤੁਸੀਂ ਥਾਂ ਥਾਂ ਮੱਥੇ ਥੋੜ੍ਹੋ ਟੇਕੋਗੇ। ਤੁਸੀਂ ਐਵੇਂ ਬੰਦਿਆਂ ਦੇ ਗਲੀ ਹਾਰ ਪਾਉਣ ਲਈ ਭੀੜਾਂ ਥੋੜ੍ਹੀਆਂ ਇਕੱਠਾ ਕਰੋਗੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਵੀ ਵਿਰੋਧਤਾ ਤੇ ਗੁਰੂ ਸਾਹਿਬ ਜੀ ਦੇ ਵੇਲੇ ਗੁਰੂ ਸਾਹਿਬ ਜੀ ਦੀ ਵੀ ਵਿਰੋਧਤਾ ਇਹੋ ਜਿਹੇ ਲੋਕਾਂ ਨੇ ਕੀਤੀ। ਪਰ ਸਤਿਗੁਰੂ ਸਾਹਿਬ ਜੀ ਕਹਿੰਦੇ ਇੱਕ ਗੱਲ ਚੇਤੇ ਰੱਖ ਲਓ, ਜਦੋਂ ਵੀ ਕੋਈ ਜੁੜਦਾ ਹੈ ਉਹ ਸ਼ਬਦ ਦੇ ਰਾਹੀਂ ਪ੍ਰਮਾਤਮਾ ਦੇ ਪਿਆਰ ਜੁੜਦਾ ਹੈ। ਜਿੰਨੇ ਭਗਤ ਜਨ ਹੋਏ ਨੇ ਉਹਨਾਂ ਦਾ ਇਤਿਹਾਸ ਪੜ੍ਹੋ, ਗੁਰਬਾਣੀ 'ਚ ਜਿਨ੍ਹਾਂ ਦਾ ਹਵਾਲਾ ਦਿੱਤਾ ਗਿਆ ਉਹ ਜੁੜੇ ਨੇ ਸ਼ਬਦ ਦੇ ਰਾਹੀਂ। ਸਾਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਕਹਿਤੀ ਕਿ ਪ੍ਰਮਾਤਮਾ ਨਾਲ ਜੁੜਨਾ, ਪੋਥੀ ਪਰਮੇਸ਼ਰ ਕਾ ਥਾਨ। ਇਹ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਜੀ ਪ੍ਰਮਾਤਮਾ ਨਾਲ ਜੁੜਨ ਦਾ ਥਾਂ ਹੈ। ਜੇ ਪ੍ਰਮਾਤਮਾ ਦਾ ਗਿਆਨ ਪ੍ਰਾਪਤ ਕਰਨਾ, ਗੁਰਬਾਣੀ ਨਾਲ ਜੁੜੋ, ਗੁਰਬਾਣੀ ਪੜ੍ਹੋ।
ਗੁਰਬਾਣੀ ਦਾ ਬਚਨ ਸੀ, ਇਹ ਬਾਣੀ ਸਤ ਸਤ ਕਰ ਮਾਨੋ ਗੁਰਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਗੁਰਸਿੱਖੋ, ਇਹ ਗੁਰਬਾਣੀ ਸੱਚ ਹੈ, परमात्मा ने आ मूँह तो कढ़ाई है। ये तुर की बाणी है। जिस मनुख की सुरत वस जाए ਉਹਦੇ ਅੰਦਰੋਂ ਸਭ ਚਿੰਤਾਵਾਂ ਮਿਟ ਜਾਂਦੀਆਂ ਨੇ। ਇਹ ਸ਼ਬਦ ਜਿਸ ਦੇ ਅੰਦਰ ਵਸ ਜਾਏ, ਸ਼ਬਦ ਜਿਹੜਾ ਹੈ ਮਨੁੱਖ ਦੇ ਅੰਦਰੋਂ ਬੁਰਾਈਆਂ ਨੂੰ, ਮਨੁੱਖ ਦੇ ਦੁੱਖਾਂ ਨੂੰ, ਮਨੁੱਖ ਦੇ ਅੰਦਰੋਂ ਢਹਿੰਦੀ ਕਲਾ ਨੂੰ ਕੱਟ ਕੇ ਮਨੁੱਖ ਦੇ ਅੰਦਰ ਖੇੜਾ ਪੈਦਾ ਕਰਦਾ ਹੈ। ਬਾਬਾ ਨਾਨਕ ਜੀ ਦੀ ਜ਼ਿੰਦਗੀ ਦੀ ਇੱਕ ਕਥਾ ਅਕਸਰ ਅਸੀਂ ਯਾਦ ਕਰਦੇ ਹਾਂ ਕਿ ਸਤਿਗੁਰੂ ਨਾਨਕ ਸਾਹਿਬ ਜੀ ਮਰਦਾਨਾ ਜੀ ਦੇ ਨਾਲ ਜਾ ਰਹੇ ਨੇ ਤੇ ਮਰਦਾਨਾ ਜੀ ਨੂੰ ਇੱਕ ਥਾਂ ਤੇ ਕਹਿਣ ਲੱਗੇ ਕਿ ਕੁਝ ਦਿਨ ਅਸੀਂ ਵੱਖਰੇ ਵੱਖਰੇ ਹੋਣਾ ਹੈ। ਮਰਦਾਨਾ ਜੀ ਮੰਨਦੇ ਨਹੀਂ, ਪਰ ਉਹਦੇ ਰੋਕਦਿਆਂ ਵੀ ਸਤਿਗੁਰੂ ਜੀ ਵੱਖਰੇ ਹੋ ਗਏ। 2-4 ਦਿਨਾਂ ਬਾਅਦ ਸਤਿਗੁਰੂ ਜੀ ਆਏ ਤੇ ਮਰਦਾਨਾ ਬੜਾ ਉਦਾਸ, ਬੜਾ ਵਿਆਕੁਲ ਜਿਹਾ ਹੋ ਕੇ ਗੁਰੂ ਚਰਨਾਂ ਤੇ ਡਿੱਗ ਕੇ ਕਹਿਣ ਲੱਗਾ, ਬਾਬਾ ਜੀ ਜੇ ਨਾ ਹੁੰਦੇ ਮੈਂ ਤੇ ਉੱਜੜ ਹੀ ਚੱਲਿਆ ਸਾਂ। ਸਤਿਗੁਰੂ ਜੀ ਕਹਿੰਦੇ ਉਹ ਕਿਵੇਂ? ਕਹਿੰਦੇ ਤੁਸੀਂ ਵਿਛੜੇ ਤੇ ਗੁੱਸਾ ਬੜਾ ਆਇਆ ਕਿ ਸਤਿਗੁਰੂ ਜੀ ਮੈਨੂੰ ਇਕੱਲੇ ਨੂੰ ਛੱਡ ਗਏ। ਫਿਰ ਮਨ ਦੇ ਅੰਦਰ ਖਿਆਲ ਆਇਆ ਕਿ ਚਲੋ 4 ਪੈਸੇ ਇਕੱਠੇ ਕਰੋ, ਘਰ ਚੱਲ ਜਾਓ, ਬਾਬਾ ਜੀ ਨਾਲ ਕੀ ਲੈਣੇ। ਮਨ 'ਚ ਲੋਭ ਆ ਗਿਆ, ਫਿਰ ਪਰਿਵਾਰ ਦਾ ਮੋਹ ਆ ਗਿਆ, ਫਿਰ ਹੰਕਾਰ ਆ ਗਿਆ। ਮਹਾਰਾਜ ਤੁਸੀਂ ਵਿਛੜੇ, ਇਹ ਅੰਦਰ ਕਿੰਨੇ ਵਿਕਾਰ ਆ ਗਏ ਕਿ ਜੇ ਨਾ ਆਉਂਦੇ ਪਤਾ ਨਹੀਂ ਕੀ ਕੁਝ ਹੋਣਾ ਸੀ। ਤੇ ਸਤਿਗੁਰੂ ਜੀ ਕਹਿੰਦੇ ਸਰੀਰ ਤਾਂ ਕਦੀ ਕਿਸੇ ਦੇ ਨਾਲ ਨਹੀਂ ਜਾਂਦਾ, ਆਕਾਰ ਕੋਈ ਨਾਲ ਨਹੀਂ ਜਾਂਦਾ, ਨਾ ਸਦਾ ਸਾਥ ਦਿੰਦਾ। ਜੇ ਸਦਾ ਵਸਣਾ ਹੀ ਹੈ ਫਿਰ ਸ਼ਬਦ ਨੂੰ ਹਿਰਦੇ 'ਚ ਵਸਾ, ਸ਼ਬਦ ਨੂੰ। ਸ਼ਬਦ ਸਾਡੇ ਅੰਦਰੋਂ ਬੁਰਾਈਆਂ ਨੂੰ ਕੱਟੇਗਾ। ਸ਼ਬਦ ਅਰਥ ਗਿਆਨ ਸਾਡੇ ਅੰਦਰੋਂ ਬੁਰਾਈਆਂ ਨੂੰ ਕੱਟੇਗਾ। ਕਿਸੇ ਤਸਵੀਰ ਨੇ ਬੁਰਾਈਆਂ ਨੂੰ ਨਹੀਂ ਕੱਟਣਾ, ਕਿਸੇ ਮੂਰਤ ਨੇ ਬੁਰਾਈਆਂ ਨੂੰ ਨਹੀਂ ਕੱਟਣਾ। ਇਸ ਕਰਕੇ ਸਾਨੂੰ ਸਾਡੇ ਸਤਿਗੁਰੂ ਜੀ ਨੇ ਸ਼ਬਦ ਗੁਰੂ ਨਾਲ ਜੋੜਿਆ, ਬਾਣੀ ਗੁਰੂ ਨਾਲ ਜੋੜਿਆ ਤੇ ਵਾਰ-ਵਾਰ ਪ੍ਰੇਰਣਾ ਕੀਤੀ ਕਿ ਭਾਈ ਬਾਣੀ ਪੜ੍ਹਿਆ ਕਰੋ, ਬਾਣੀ ਵਿਚਾਰਿਆ ਕਰੋ, ਬਾਣੀ ਸੁਣਿਆ ਕਰੋ। ਜਿਹੜਾ ਜੀ ਕਰਕੇ ਬਾਣੀ ਨਾਲ ਜੁੜ ਜਾਏਗਾ, ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਹਰਨਾਮਾ, ਉਹਦੇ ਅੰਦਰ ਨਾਮ ਵਸ ਜਾਏਗਾ ਆ ਕੇ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜੇ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਸਮਾਓ। ਸ਼ਬਦ ਛੇਤੀ ਮਨ ਮਿਲਿਆ, ਸੱਚੇ ਲਾਇਆ ਪਾਓ। ਜਿਹਦਾ ਸ਼ਬਦ ਦੇ ਨਾਲ ਮਨ ਮਿਲ ਗਿਆ, ਸਮਝੋ ਉਹਦੀ ਭਾਵਨਾ ਪ੍ਰਮਾਤਮਾ ਨਾਲ ਜੁੜ ਗਈ, ਉਹਦੀ ਪ੍ਰਮਾਤਮਾ ਦੇ ਵਿੱਚ ਸੁਰਤ ਜੁੜ ਗਈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜਾ ਗੁਰੂ ਰਾਹੀਂ ਬਾਣੀ ਰਾਹੀਂ ਪ੍ਰਮਾਤਮਾ ਦੇ ਗੁਣ ਗਾਏਗਾ, ਪੂਰਨ ਬ੍ਰਹਮ ਗਿਆਨ, ਉਹਨੂੰ ਪੂਰਨ ਤੌਰ ਤੇ ਬ੍ਰਹਮ ਗਿਆਨ ਪ੍ਰਾਪਤ ਹੋ ਜਾਏਗਾ। ਤੇ ਅਖੀਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬੇਨਤੀ ਕਰਨ ਲਈ ਵੀ ਇਹ ਗੱਲ ਕੀ ਕਿ ਖਿੰਨ ਪਲ ਵਿਸਰ ਨਹੀਂ ਮੇਰੇ ਕਰਤੇ, ਇਹ ਨਾਨਕ ਮੰਗੇ ਦਾਨ। ਹੇ ਵਾਹਿਗੁਰੂ ਜੀ, ਨਾਨਕ ਤੁਹਾਡੇ ਪਾਸੋਂ ਇਹੀ ਦਾਨ ਮੰਗਦਾ ਹੈ ਕਿ ਤੁਸੀਂ ਇੱਕ ਖਿੰਨ ਪਲ ਪਰੇ ਸਮੇਂ ਲਈ ਵੀ ਮੈਨੂੰ ਨਾ ਵਿਸਰੋ। ਗੁਰਬਾਣੀ ਮੇਰੀ ਜ਼ਿੰਦਗੀ ਦਾ ਆਧਾਰ ਬਣ ਜਾਏ, ਮੈਂ ਗੁਰਬਾਣੀ ਨਾਲ ਜੁੜਿਆ ਰਵਾਂ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਣ ਦੀ ਖਿਮਾ। ਸਤਿਗੁਰੂ ਜੀ ਸਮੂਹ ਸੰਗਤਾਂ ਨੂੰ ਆਪਣੇ ਦਰੋਂ ਗੁਰਬਾਣੀ ਦਾ, ਸਤ ਸੰਗਤ ਦਾ ਪਿਆਰ ਬਖਸ਼ਣ ਜੀਓ। ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।